परम सत्कारयोग सतगुरां दी सजी और नवाजी हुई सतसंगत जीओ, आप मई भाई धनता दे योग हों जिन्हों गुरु चरणों दे विच बैठ करके गुरबाणी दे जाप सरवण करन दा सुभाग समा प्राप्त होया। जिहड़ी याद साईं दी विच गुजरे पैंदी है मुजरे, नी ते सानू की हासिल है। वो समा परमेश्वर की याद दे विच गुजरदा है, जिहड़ा उहदे प्यार दे विच बैठ करके आपां समय नूं बतीत करदे हां। कल तो लैकर के तुरकी बाणी आई, तिन सगली चिंत मिटाई जी दे महावाक अनुसार श्री खंड पाठ साहिब प्रारंभ हन। आओ कुछ समय वास्ते रल मिल के जो एक कथा सुनिया गावै, दुख पाप तै निकट न आवै। जिहड़ी एक कथा करदे ने, कथा नूं सुणदे ने, सतगुरु कलगीधर पातशाह गुरु गोबिंद सिंह महाराज जी कहते भाई उन्हां दे नेड़े दुख पाप कलेश नेड़े नहीं आउंदा। आखो सतनाम। कल विचार चल रही सी, कलगीधर पातशाह गुरु गोबिंद सिंह महाराज देवी दे प्रगट होण दी निशानियां इस तरह एक चित आराधन करदियां नूं जद 9 महीने बीत गए तां 10वां आरंभ हो गया। 10वां आरंभ हो गया तां आप जी ने बहुत लंबा समा बैठ के हमन करन लगे। चित्र चढ़ पिया। पंडित केसों दास ने गुरु जी ने दसिया कि हुण पता नहीं किहड़े समय दिने के रात नूं देवी प्रगट होण वाली है। तुसीं सावधान रहना। मैं उसनूं कोई जोग भेटा देण वास्ते शहर तो लै आवां। इस तरह बहाना ला के केसों दास आनंदपुर साहिब चलिया गया। जद बहुत समय तक केसों दास वापस ना आया तो गुरु जी ने इसकी असफलता दा कारण समझ के बाकी दी बची खुची सारी समग्री एक बार हवन कुंड विच पा दिती। इतनी बहुत सारा घ्यो आदि समग्री दे पैण नाल हवन कुंड विचों अगन दियां बहुत ऊंचियां लाटां निकलण लगियां, जिसनों दूर दूर तो लोकां ये समझा कि देवी प्रगट हो गई है। एक कौतक नूं जदों लोग दौड़ दौड़ के वेखण वास्ते आए तो अगों कलगीधर पातशाह गुरु गोबिंद सिंह महाराज जी ने कलगीधर पातशाह गुरु गोबिंद सिंह महाराज जी ने नंगी तलवार हाथ विच फड़ के उच्ची करके आवाज दिती
ਹਵਨ ਕੁੰਡ ਦੇ ਪਾਸ ਖੜੇ ਸਨ। ਆਪ ਜੀ ਨੇ ਵੇਖਣ ਵਾਲਿਆਂ ਨੂੰ ਇਸ ਕਿਰਪਾਨ ਵੱਲ ਇਸ਼ਾਰਾ ਕਰਕੇ ਆਖਿਆ ਕਿ ਆ ਦੇਵੀ ਸ਼ਕਤੀ ਪ੍ਰਗਟ ਹੋਈ ਆ, ਜਿਸ ਦੇ ਨਾਲ ਅਸੀਂ ਦੁਸ਼ਮਣ ਦਾ ਖਾਤਮਾ ਕਰਾਂਗੇ। ਸ੍ਰੀ ਸਾਹਿਬ ਕੱਢ ਕੇ ਉੱਚੀ ਦਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਇਸ ਦੇ ਨਾਲ ਅਸੀਂ ਦੁਸ਼ਟਾਂ ਦਾ ਖਾਤਮਾ ਕਰਾਂਗੇ। ਤਾਂ ਗੁਰਮੁਖ ਪਿਆਰਿਓ, ਲੋਕਾਂ ਨੇ ਸਰਧਾ ਨਾਲ ਸ੍ਰੀ ਸਾਹਿਬ ਨੂੰ ਨਮਸਕਾਰ ਕੀਤੀ। ਆਖੋ ਸਤਨਾਮ। ਇੱਥੋਂ ਵਾਪਸ ਅਨੰਦਪੁਰ ਸਾਹਿਬ ਇਸ ਵਾਰਤਾ ਉਪਰੰਤ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਾੜੀ ਤੋਂ ਹੇਠਾਂ ਉਤਰੇ ਆਏ ਅਤੇ ਘੋੜੇ ਉੱਤੇ ਸਵਾਰ ਹੋ ਕੇ ਸਿੱਖਾਂ ਸੇਵਕਾਂ ਸਹਿਤ ਅਨੰਦਪੁਰ ਸਾਹਿਬ ਵਾਪਸ ਆ ਗਏ। ਨੈਣਾ ਦੇਵੀ ਦੇ ਟਿੱਲੇ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਇਕੱਠੀਆਂ ਹੋਈਆਂ। ਨਗਰ ਨਿਵਾਸੀਆਂ ਨੇ ਘਰ ਘਰ ਦੀਪਮਾਲਾ ਕੀਤੀ, ਜਿਵੇਂ ਹੁਣ ਆਪਾਂ ਦੀਵਾਲੀ ਨੂੰ ਕਰਦੇ ਆ ਨਾ ਦੀਪਮਾਲਾ। ਹੁਣ ਗੁਰਮੁਖ ਪਿਆਰਿਓ, ਅੱਗੇ ਦੀਪਮਾਲਾ, ਦੀਪ ਦਾ ਮਤਲਬ ਦੀਵਾ, ਦੇਸੀ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਜਾਂਦੀ ਸੀ। ਹੁਣ ਦੇਸੀ ਘਿਓ ਤਾਂ ਛੇਤੀ ਬੰਦੇ ਨੂੰ ਖਾਣ ਨੂੰ ਨਹੀਂ ਮਿਲਦਾ, ਦੀਵਿਆਂ ਦੇ ਵਿੱਚ ਪਾਉਣ ਨੂੰ ਕਿੱਥੇ ਮਿਲੇਗਾ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਤੇਲ ਸ਼ੁਰੂ ਕਰ ਦਿੱਤਾ ਵੀ ਘਿਓ ਬੜਾ ਮਹਿੰਗਾ, ਤੇਲ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਤੇਲ ਵੀ ਦੇਖ ਲਓ ਕਿੰਨਾ ਮਹਿੰਗਾ। ਤਾਂ ਗੁਰਮੁਖ ਪਿਆਰਿਓ, ਹੁਣ ਕੰਮ ਸੌਖਾ ਹੋ ਗਿਆ, ਬਿਜਲੀ ਆ ਗਈ ਆ ਤੇ ਲੜੀਆਂ ਲਾ ਦਿੱਤੀਆਂ ਘਰਾਂ ਦੇ ਆਲੇ ਦੁਆਲੇ। ਫਿਰ ਵੀ ਥੋੜ੍ਹੇ ਬਹੁਤੇ ਦੀਵੇ ਆਪਾਂ ਲਾਉਂਦੇ ਆ। ਇਸ ਕਰਕੇ ਦੀਪ ਮਾਲਾ ਕੀਤੀ ਗਈ, ਖੁਸ਼ੀਆਂ ਮਨਾਈਆਂ ਗਈਆਂ। ਗੁਰੂ ਜੀ ਨੇ ਜੱਗ ਕਰਨਾ ਤੇ ਕੇਸੋ ਦਾਸ ਨੇ ਗੁੱਸੇ ਹੋ ਜਾਣਾ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਖੁਸ਼ੀ ਵਿੱਚ ਇੱਕ ਮਹਾਨ ਜੱਗ ਰਚ ਕੇ ਸਭ ਅਧਿਕਾਰੀ ਲੋਕਾਂ ਨੂੰ ਜਥਾ ਜੋਗ ਧਨ ਵਸਤਰ ਆਦਿਕ ਦਾਨ ਕੀਤੇ। ਤਾਂ ਗੁਰਮੁਖ ਪਿਆਰਿਓ, ਆਪ ਜੀ ਨੇ ਪੰਡਤ ਕੇਸੋ ਦਾਸ ਨੂੰ ਕੋਈ ਨਿਉਂਤਾ ਨਾ ਦਿੱਤਾ, ਬੁਲਾਈ ਨਹੀਂ ਮਹਾਰਾਜ ਨੇ ਕੇਸੋ ਦਾਸ ਨੂੰ। ਇਸ ਗੱਲ ਦਾ ਜਦ ਕੇਸੋ ਦਾਸ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਕਿ ਮੈਂ ਸ੍ਰੇਸ਼ਟ ਕੁੱਲ ਦਾ ਵੇਦਾਚਾਰੀ ਬ੍ਰਾਹਮਣ, ਫਿਰ ਜੱਗ ਦਾ ਕਰਾਉਣ ਵਾਲਾ ਹੋਤਾ, ਮੈਨੂੰ ਗੁਰੂ ਜੀ ਨੇ ਕਿਉਂ ਨਹੀਂ ਯਾਦ ਕੀਤਾ। ਮੇਰੀ ਨਰਾਦਰੀ ਹੋਈ ਆ, ਕਹਿੰਦਾ ਮੈਨੂੰ ਗੁਰੂ ਜੀ ਨੇ ਨਹੀਂ ਬੁਲਾਇਆ। ਜਦ ਪੰਡਤ ਦੇ ਇਸ ਗੁੱਸੇ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਪੰਡਤ ਨੂੰ ਸੱਦ ਕੇ ਆਖਿਆ ਕਿ ਹੇ ਪੰਡਤ ਜੀ, ਇਹ ਸਾਰੀ ਕਰਮਾਂ ਦੀ ਖੇਡ ਹੈ, ਇਹ ਸਾਰੀ ਕਰਮਾਂ ਦੀ ਖੇਡ ਹੈ। ਪਹਿਲਾਂ ਤੁਸੀਂ ਸਾਡੀ ਯਾਦ ਵਿੱਚ ਸੀ, ਤੁਸੀਂ ਸਾਡੇ ਚੇਤੇ ਵਿੱਚ ਸੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇਸੋ ਪੰਡਤ ਨੂੰ ਕਹਿੰਦੇ, ਉਸ ਤੋਂ ਬਾਅਦ ਤੁਸੀਂ ਸਾਡੇ ਚੇਤੇ ਨਹੀਂ ਆਏ। ਹੁਣ ਤੁਸੀਂ ਗੁੱਸੇ ਨਾ ਹੋਵੋ, ਜੋ ਕੁਝ ਧਨ ਵਸਤਰ ਆਦਿਕ ਤੁਸੀਂ ਆਖੋ ਹੁਣੇ ਤੁਹਾਨੂੰ ਪਹੁੰਚਾ ਦਿੰਦੇ ਹਾਂ।
ਤਾਂ ਗੁਰਮੁਖ ਪਿਆਰਿਓ, ਅੱਗੇ ਰਾਜਾ ਭੀਮ ਚੰਦ ਨੂੰ ਸਿੱਖੀ ਧਾਰਨ ਦਾ ਉਪਦੇਸ਼। ਰਾਜਾ ਭੀਮ ਚੰਦ ਨੂੰ ਸਿੱਖੀ ਧਾਰਨ ਦਾ ਉਪਦੇਸ਼ ਜਦ ਜਗ ਆਦਿਕ ਦੁਆਰਾ ਸਾਰੇ ਪਹਾੜੀ ਰਾਜਿਆਂ ਨੂੰ ਵੀ ਖਬਰ ਹੋ ਗਈ ਕਿ ਗੁਰੂ ਜੀ ਨੇ ਦੇਵੀ ਪ੍ਰਗਟ ਕਰਕੇ ਉਸ ਤੋਂ ਵਰ ਪ੍ਰਾਪਤ ਕੀਤੇ ਆ, ਤਾਂ ਉਹ ਸਾਰੇ ਭੀਮ ਚੰਦ ਸਹਿਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਏ। ਸਾਰਿਆਂ ਨੇ ਭੀਮ ਚੰਦ ਸਹਿਤ ਆਪ ਜੀ ਦੇ ਦਰਸ਼ਨ ਕਰਨ ਆਏ ਅਨੰਦਪੁਰ ਸਾਹਿਬ। ਸਾਰਿਆਂ ਨੇ ਦੇਵੀ ਪ੍ਰਗਟ ਕਰਨ ਦੀ ਆਪ ਜੀ ਨੂੰ ਵਧਾਈ ਦਿੱਤੀ ਤੇ ਬੜੀ ਖੁਸ਼ੀ ਪ੍ਰਗਟ ਕੀਤੀ। ਆਖਿਆ ਕਿ ਆਪ ਜੀ ਧੰਨ ਹੋ ਜਿਨ੍ਹਾਂ ਨੇ ਦੇਵੀ ਨੂੰ ਪ੍ਰਗਟ ਕੀਤਾ ਹੈ। ਤੁਹਾਡੇ ਤੋਂ ਬਿਨਾਂ ਹੋਰ ਕਿਸ ਦੀ ਸ਼ਕਤੀ ਹੈ, ਤੁਹਾਡੇ ਤੋਂ ਬਿਨਾਂ ਹੋਰ ਕਿਸੇ ਕੋਲ ਐਡੀ ਸ਼ਕਤੀ ਕੀ ਹੈ ਜੋ ਐਸਾ ਕਰ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜਿਆਂ ਨੂੰ ਆਖਿਆ ਕਿ ਤੁਸੀਂ ਵੀ ਜੇਕਰ ਸਿੱਖੀ ਧਾਰਨ ਕਰ ਲਵੋ, ਖੰਡੇ ਬਾਟੇ ਦੀ ਪਹੁਲ ਲੈ ਲਵੋ, ਸਿੱਖ ਬਣ ਜਾਵੋ, ਤਾਂ ਤੁਹਾਡਾ ਵੀ ਬੜਾ ਪ੍ਰਤਾਪ ਵਧੇਗਾ। ਇਹਦੇ ਉੱਤਰ ਵਿੱਚ ਸਾਰੇ ਰਾਜਿਆਂ ਨੇ ਵਿਚਾਰ ਕਰਕੇ ਆਖਿਆ ਕਿ ਜੇ ਲਾਂਗੜ ਵਾਲੀ ਧੋਤੀ, ਜੰਜੂ ਤੇ ਬੋਦੀ ਸਾਡੇ ਰਹਿਣ ਦਿਓ ਤਾਂ ਸਭ ਗੱਲਾਂ ਤੁਹਾਡੀਆਂ ਸਾਨੂੰ ਪ੍ਰਵਾਨ ਨੇ। ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਜੀ ਅੰਮ੍ਰਿਤ ਛਕ ਲਿਆਂਗੇ, ਸਾਡੀ ਜਿਹੜੀ ਆ ਧੋਤੀ ਆ, ਸਾਡੀ ਜਿਹੜੀ ਬੋਦੀ ਆ, ਇਹ ਰਹਿਣ ਦਿਓ ਤਾਂ ਸਭ ਗੱਲਾਂ ਤੁਹਾਡੀਆਂ ਸਾਨੂੰ ਪ੍ਰਵਾਨ ਹਨ। ਕਿਉਂਕਿ ਆਪਣੇ ਸੰਬੰਧੀ ਦੇ ਮਰਨ ਪਰ ਸਾਨੂੰ ਸਿਰ ਵੀ ਮਨਾਉਣਾ ਪੈਂਦਾ ਹੈ। ਜਦੋਂ ਸਾਡਾ ਕੋਈ ਕਹਿੰਦੇ ਮਰ ਜਾਂਦਾ, ਸਾਡੀ ਰੀਤੀ ਆ ਤੇ ਸਾਨੂੰ ਸਿਰ ਮਨਾਉਣਾ ਪੈਂਦਾ। ਜਦੋਂ ਪਿਛਲੇ ਸਮਿਆਂ ਵਿੱਚ, ਪੁਰਾਤਨ ਸਮਿਆਂ ਦੇ ਵਿੱਚ ਕੋਈ ਮਰ ਜਾਂਦਾ ਸੀ, ਕੋਈ ਬੀਬੀ ਦੇ ਘਰ ਵਾਲਾ ਚੜ੍ਹਾਈ ਕਰ ਗਿਆ ਤਾਂ ਉਹਦਾ ਸਿਰ ਮੁੰਡਨ ਕੀਤਾ ਜਾਂਦਾ ਸੀ, ਉਹਦੇ ਵਾਲ ਕੱਟੇ ਜਾਂਦੇ ਸੀ। ਇਹ ਪੁਰਾਣ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੋਂ ਇਹ ਪੁਰਾਤਨ ਰੀਤੀ ਚਲੀ ਆਉਂਦੀ ਸੀ। ਕੋਈ ਵੀ ਭੈਣ ਦਾ, ਮਾਈ ਦਾ ਘਰ ਵਾਲਾ ਚੜ੍ਹਾਈ ਕਰ ਜਾਂਦਾ ਤੇ ਉਹ ਬੀਬੀ ਦੇ ਵਾਲ ਕੱਟੇ ਜਾਂਦੇ ਸੀ ਥੋੜ੍ਹੇ ਜਿਹੇ। ਤਾਂ ਗੁਰਮੁਖ ਪਿਆਰਿਓ, ਅੱਜ ਦੇਖ ਲਓ, ਅੱਜ ਫੈਸਲੇ ਬਣਾ ਰੱਖਿਆ, ਵਾਲ ਕਟਾ ਕੇ ਨਿੱਕੀ ਜਿਹੇ ਐਡੇ ਐਡੇ ਲੰਮੇ ਵਾਲ ਕਟਾ ਕੇ ਪਤਾ ਨਹੀਂ ਪੂਨੀ ਖਨੀ ਸੋਨੀ ਕੀ ਕਹਿੰਦੇ ਨੇ ਕਰਾਈ ਫਿਰਦੀਆਂ ਨੇ ਸਾਡੀਆਂ ਭੈਣਾਂ। ਸਿੱਖੀ ਤੋਂ ਟੁੱਟ ਗਈਆਂ ਨੇ, ਗੁਰੂ ਤੋਂ ਟੁੱਟ ਗਈਆਂ ਨੇ, ਮਰਿਆਦਾ ਤੋਂ ਦੂਰ ਹੋ ਗਈਆਂ ਨੇ। ਨਾ ਸਾਡਾ ਬਾਣਾ ਰਿਹਾ, ਨਾ ਸਾਡਾ ਖਾਣਾ ਰਿਹਾ। ਬਾਣੇ ਵੀ ਦੇਖ ਲਓ ਵਸਤਰ ਕਿਸ ਤਰ੍ਹਾਂ ਦੇ ਹੁੰਦੇ ਆ। ਤਾਂ ਇਸ ਕਰਕੇ ਗੁਰਮੁਖ ਪਿਆਰੇ ਉਦੋਂ ਵਾਲ ਕੱਟੇ ਜਾਂਦੇ ਸੀ, ਹੁਣ ਫੈਸ਼ਨ ਬਣਾ ਲਿਆ। ਜੇ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੀ, ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੀ ਤਾਂ ਉਹ ਸਮੇਂ ਸਜ਼ਾ ਕੀ ਹੁੰਦੀ ਸੀ? ਉਹਦੇ ਸਿਰ ਦੇ ਕੇਸ ਕੱਟੇ ਜਾਂਦੇ ਸੀ। ਆਖੋ ਸਤਨਾਮ। ਅੱਜ ਥਾਂ ਥਾਂ ਦੇ ਉੱਤੇ ਨਾਈਆਂ ਦੀਆਂ ਦੁਕਾਨਾਂ ਖੁੱਲੀਆਂ ਨੇ, ਜਾ ਕੇ ਕੁਰਸੀ ਦੇ ਉੱਤੇ ਬਹਿ ਜਾਂਦੇ ਆ ਵੀ ਆ ਬਣਾਓ ਜੀ, ਸਾਡਾ ਮੂੰਹ ਬਣਾ ਦਿਓ ਵਧੀਆ। ਤਾਂ ਗੁਰਮੁਖ ਪਿਆਰਿਓ, ਸਿੱਖੀ ਦਾੜੀ ਕੇਸ ਅਸੀਂ ਕਟਾ ਕੇ ਸਿੱਖੀ ਨੂੰ ਨਾਲੀ ਦੇ ਵਿੱਚ ਰੋਲ ਦਿੱਤਾ। ਵਾਲ ਰੁਲਦੇ ਨੇ ਸਾਡੇ, ਇਸ ਕਰਕੇ ਗੁਰੂ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਹੁੰਦੀਆਂ। ਗੁਰੂ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਹੁੰਦੀਆਂ। ਮਹਾਰਾਜ ਜੀ ਕਹਿੰਦੇ, 10ਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ।
ਜਦੋਂ ਅਸੀਂ ਖੰਡੇ ਵਾਟੇ ਦਾ ਅੰਮ੍ਰਿਤ ਪੀ ਕੇ ਗੁਰੂ ਦੇ ਲੜ ਲੱਗ ਕੇ ਸੇਵਾ ਸਿਮਰਨ ਕਰਾਂਗੇ ਤਾਂ ਗੁਰਮੁਖ ਪਿਆਰੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣੀਆਂ ਨੇ। ਅੱਗੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਤੇ ਹੁਣ ਫੈਸਲਾ ਬਣਾ ਲਿਆ, ਆਖੋ ਸਤਨਾਮ। ਇਹ ਜਿਹੜੇ ਕੇਸ ਨੇ ਨਾ, ਕੇਸ ਇਹ ਐਂਟੀਨੇ ਦਾ ਡਿਸ਼ ਦਾ ਕੰਮ ਕਰਦੇ ਨੇ। ਡਿਸ਼ ਦੇ ਬਿਨਾ ਤਾਂ ਗੁਰਮੁਖ ਪਿਆਰਿਓ ਟੀਵੀ ਨਹੀਂ ਚੱਲ ਸਕਦਾ, ਐਂਟੀਨੇ ਤੋਂ ਬਿਨਾ ਟੀਵੀ ਨਹੀਂ ਚੱਲ ਸਕਦਾ, ਤੇ ਕੇਸਾਂ ਤੋਂ ਬਿਨਾ ਫਿਰ ਅਧਿਆਤਮਿਕ ਜੀਵਨ ਕਿਵੇਂ ਚੱਲ ਸਕਦਾ ਹੈ। ਇਸੇ ਕਰਕੇ ਸਾਨੂੰ ਕੁਛ ਦਿਸਦਾ ਨਹੀਂ ਹੈ, ਇਸੇ ਕਰਕੇ ਸਾਨੂੰ ਗੁਰੂ ਦੀ, ਗੁਰੂ ਘਰ ਦੀ ਸੋਝੀ ਨਹੀਂ ਹੈ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 4 ਪੁੱਤਰ ਵਾਰੇ, 4 ਪੁੱਤਰ ਵਾਰ ਕੇ ਤੈਨੂੰ ਆਪਣਾ ਪੁੱਤਰ ਬਣਾਇਆ। ਮਹਾਰਾਜ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਮਾਤਾ ਜੀਤਾ ਜੀ ਨੇ ਜਦੋਂ ਪੁੱਛਿਆ ਨਾ, ਜਦੋਂ ਮਾਤਾ ਜੀਤਾ ਜੀ ਨੇ ਪੁੱਛਿਆ, ਕਹਿੰਦੇ ਸਤਿਗੁਰੂ ਜੀ ਲਾਲ ਨਜ਼ਰ ਨਹੀਂ ਆਉਂਦੇ। ਮਹਾਰਾਜ ਜੀ ਕਹਿੰਦੇ ਸਾਰੇ ਲਾਲੇ ਬੈਠੇ ਨੇ। ਕਹਿੰਦੇ ਨਹੀਂ ਜੀ, ਇਹਨਾਂ ਦੀ ਨਹੀਂ ਗੱਲ ਕਰਦੇ, ਗੱਲ ਕਰਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ, ਬਾਬਾ ਜੀਤ ਸਿੰਘ ਤੇ ਜੁਝਾਰ ਸਿੰਘ ਦੀ, ਉਹਨਾਂ ਦੀ ਗੱਲ ਕਰਦੇ ਆ। ਮਹਾਰਾਜ ਜੀ ਨੇ ਦੱਸਿਆ, ਕਹਿੰਦੇ 2 ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਆ, 2 ਸਰਹੰਦ ਨੀਹਾਂ ਦੇ ਵਿੱਚ ਚਿੜੇ ਗਏ ਆ, ਸ਼ਹੀਦੀਆਂ ਪਾ ਗਏ ਆ, ਲਾੜੀ ਮੌਤ ਦੇ ਨਾਲ ਉਹਨਾਂ ਦੇ ਵਿਆਹ ਹੋ ਗਏ ਆ, ਉਹ ਤਾਂ ਸ਼ਹੀਦੀਆਂ ਪ੍ਰਾਪਤ ਕਰ ਗਏ ਆ। ਮਾਤਾ ਜੀਤਾ ਜੀ ਰੁਦਨ ਲੱਗੇ ਕਰਨ, ਮਾਤਾ ਸੁੰਦਰੀ ਜੀ ਰੁਦਨ ਲੱਗੇ ਕਰਨ, ਤਾਂ ਗੁਰਮੁਖ ਪਿਆਰਿਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਧੀਰਜ ਕਰੋ। ਫਿਰ ਆਖਿਆ ਸੀ ਗੁਰਮੁਖ ਪਿਆਰਿਓ ਮਹਾਰਾਜ ਜੀ ਨੇ, ਕਹਿੰਦੇ 4 ਮੂਏ ਤੋਂ ਕਿਆ ਹੁਆ ਆ ਜੀਵਤ ਕਈ ਹਜ਼ਾਰ। ਉਹ ਜਿਹੜੀ ਸੰਗਤ ਬੈਠੀ ਸੀ, ਮਹਾਰਾਜ ਜੀ ਨੇ ਹੱਥ ਕਰਕੇ ਕਿਹਾ, ਕਹਿੰਦੇ 4 ਮੂਏ ਤੋਂ ਕਿਆ ਹੁਆ ਆ ਜੀਵਤ ਕਈ ਹਜ਼ਾਰ। ਗੁਰਮੁਖ ਪਿਆਰਿਓ ਉਹਨਾਂ ਵਿੱਚ ਸਾਡੇ ਵੀ ਪਿੱਛੇ ਤੋਂ ਪਿੱਛੇ ਦਾਦੇ ਤੇ ਪੜਦਾਦੇ ਗਾਂ ਤੋਂ ਗਾਂ ਵਿੱਚ ਬੈਠੇ ਹੋਣਗੇ, ਜੋ ਅਸੀਂ ਉਹਨਾਂ ਦੀ ਕੁੱਲ ਅੰਸ਼ ਵੰਸ਼ ਚਲੀ ਆਉਂਦੇ ਆ। ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਜੀ 4 ਚਲੇ ਗਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰਾਂ। ਸਾਰੀ ਧੀਆਂ ਪੁੱਤਰ ਆਪਣੀ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 4 ਪੁੱਤਰ ਜਿਗਰ ਦੇ ਟੋਟੇ ਵਾਰ ਕੇ, ਭਾਈ ਸਾਨੂੰ ਆਪਣੇ ਪੁੱਤਰ ਬਣਾਇਆ, ਆਪਣੀਆਂ ਧੀਆਂ ਬਣਾਇਆ। ਆਖੋ ਸਤਨਾਮ। ਅੱਜ ਨਜ਼ਰ ਮਾਰ ਲਈਏ, ਝਾਤੀ ਮਾਰ ਲਈਏ ਕਿ ਅਸੀਂ ਗੁਰੂ ਦੇ ਪੁੱਤਰ ਕਹਾਉਣ ਦੇ ਲਾਇਕ ਹੈਗੇ ਆ। ਅਸੀਂ ਗੁਰੂ ਦੇ ਪੁੱਤਰ ਕਹਾਉਣ ਦੇ ਲਾਇਕ ਹੈਗੇ ਆ। ਗੁਰੂ ਨੇ ਸਾਨੂੰ ਆਪਣੇ ਪੁੱਤਰ ਬਣਾਇਆ, ਅਸੀਂ ਗੁਰੂ ਦੇ ਪੁੱਤਰ ਬਣ ਕੇ ਨਾ ਰਹਿ ਸਕੇ। ਆਖੋ ਸਤਨਾਮ। ਇਸੇ ਕਰਕੇ ਭਾਈ ਬਹੁਤਾ ਦੁਖੀ ਆ, ਬਹੁਤੀਆਂ ਤਕਲੀਫਾਂ ਦੇ ਵਿੱਚ ਆ। ਆਹੀ ਕਾਰਨ ਨੇ ਜਦੋਂ ਗੁਰੂ ਦੇ ਨਾਲ ਟੁੱਟ ਜਾਂਦੇ ਆ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਕਹਿੰਦੇ ਜਦੋਂ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਤਾਂ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ। ਆਖੋ ਸਤਨਾਮ। ਐਸੇ ਦੁੱਖ ਲੱਗ ਜਾਂਦੇ ਨੇ, ਫਿਰ ਸਾਰੀ ਜ਼ਿੰਦਗੀ ਬੰਦਾ ਤਰਫਦਾ ਰਹਿੰਦਾ। ਮਹਾਰਾਜ ਜੀ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਵਿਸਰ ਗਈ, ਗੁਰੂ ਵਿਸਰ ਗਿਆ, ਜਿਵੇਂ ਪੱਕੇ ਰੋਗੀ ਬਿਲਕਦੇ ਨੇ, ਧਾਹਾਂ ਮਾਰ ਮਾਰ ਕੇ ਰੋਂਦੇ ਨੇ। ਕਹਿੰਦੇ ਫਿਰ ਭਾਈ ਐਸੀ ਹਾਲਤ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੱਤਾ, ਨਾਮ ਨੂੰ ਵਿਸਾਰ ਦਿੱਤਾ, ਰਹਿਤ ਮਰਿਆਦਾ ਨੂੰ ਵਿਸਾਰ ਦਿੱਤਾ। ਸਤਿਗੁਰੂ ਜੀ ਨੇ ਸਾਨੂੰ ਆਪਣੇ ਪੁੱਤਰ ਬਣਾਇਆ। ਅੱਜ ਨਜ਼ਰ ਮਾਰ ਲਈ ਕਿ ਅਸੀਂ ਪੁੱਤਰ ਕਹਾਉਣ ਦੇ ਹੱਕਦਾਰ ਹਾਂ, ਪੁੱਤਰ ਕਹਾਉਣ ਦੇ ਲਾਇਕ ਹਾਂ। ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਸ਼ਰਾਬਾਂ ਪੀਂਦੇ ਸੀ ਭਾਈ? ਕੀ ਉਹ ਨਸ਼ੇ ਪੱਤੇ ਭੁੱਕੀਆਂ ਫੀਮਾਂ ਖਾਂਦੇ ਸੀ? ਕੀ ਉਹ ਕੇਸ ਕਟਾਉਂਦੇ ਸੀ?
सिक्खी बदले अपनियां जानां वार दित्तियां, पर गुरमुख प्यारे धर्म तब्दील नहीं कीता। आखो सतनाम। हुण तां साडे सिखां दे बच्चे तां गुरमुख प्यारे पता ही नहीं लगदा भी मुसलमानां दे ने जां सिखां दे ने। ਉਹ ਕਹਿਣਗੇ ਜੀ ਸਾਡਾ ਜੀ ਫਲਾਣਾ ਸਿੰਘ ਨਾਮ, ਕੀ ਨਾਮ ਭਾਈ ਤੇਰਾ? ਫਲਾਣਾ ਸਿੰਘ ਆ ਜੀ। ਸਿੰਘ ਦੇ ਨਾ ਸਿਰ ਤੇ ਵਾਲ, ਨਾ ਮੂੰਹ ਤੇ ਦਾੜੀ, ਫਿਰ ਸਿੰਘ ਕਿੱਥੋਂ ਬਣ ਗਏ ਅਸੀਂ? ਇਸ ਕਰਕੇ ਸਿੱਖੀ ਨੂੰ ਧਾਰਨ ਕਰੀਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਤਾਂ ਗੁਰਮੁਖ ਪਿਆਰੇ ਵਿਚਾਰ ਚੱਲ ਰਹੀ ਸੀ, ਇਤਿਹਾਸ ਦੱਸ ਰਿਹਾ, ਕਹਿੰਦੇ ਮਰਨ ਵਾਲੇ ਦੇ ਸਿਰ ਮੁੰਡਨ ਕੀਤੇ ਜਾਂਦੇ ਸਨ, ਬਾਲ ਕੱਟੇ ਜਾਂਦੇ ਸੀ। ਜੇ ਕੋਈ ਸੰਬੰਧੀ, ਜੇ ਕੋਈ ਘਰ ਦੇ ਵਿੱਚ ਮਰ ਗਿਆ ਤਾਂ ਬਾਲ ਕੱਟੇ ਜਾਂਦੇ ਸੀ, ਕਿਉਂਕਿ ਮਰਨ ਦੇ ਨਾਲ ਉਸ ਪਰਿਵਾਰ ਦੇ ਜੀਵ ਦੇ ਬਾਲ ਕੱਟੇ ਜਾਂਦੇ ਸੀ। ਔਰ ਤਰਪਣ ਆਦਿਕ ਕਿਰਿਆ ਵਾਸਤੇ ਜਨੇਊ ਪਵਾਉਣਾ ਵੀ ਜ਼ਰੂਰੀ ਹੈ। ਇਸ ਵਾਸਤੇ ਜੇ ਅਸੀਂ ਇਹ ਧਾਰਨ ਨਾ ਕਰੀਏ ਤਾਂ ਸਾਡਾ ਧਰਮ ਨਹੀਂ ਰਹਿੰਦਾ। ਰਾਜੇ ਕਹਿਣ ਲੱਗੇ, ਕਹਿੰਦੇ ਜੇ ਇਹ ਅਸੀਂ ਜਨੇਊ ਨਾ ਪਾਈਏ ਤਾਂ ਸਾਡਾ ਧਰਮ ਨਹੀਂ ਰਹਿੰਦਾ। ਸਾਨੂੰ ਆਪਣੇ ਮਰਨ ਵਾਲਿਆਂ ਤੇ ਕੋਈ ਮਰ ਜਾਂਦਾ ਤੇ ਵਾਲ ਕਟਾਣੇ ਪੈਂਦੇ ਨੇ। ਸਾਨੂੰ ਹੋਰ ਰਿਸ਼ਤੇਦਾਰ ਤੇ ਲੋਕ ਮਖੌਲ ਕਰਨਗੇ ਜੇ ਅਸੀਂ ਨੇ ਅੰਮ੍ਰਿਤ ਛਕ ਲਿਆ। ਸਾਡੀ ਲੋਕਾਚਾਰੀ ਰੀਤੀ ਨਹੀਂ ਰਹੇਗੀ। ਜਿਸ ਦੇ ਅਨੁਸਾਰ ਸਾਨੂੰ ਰਹਿਣਾ ਜ਼ਰੂਰੀ ਹੈ। ਇਹ ਰਾਜੇ ਕਹਿੰਦੇ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਇਹ ਬਹਾਨੇ ਗੁਰੂ ਦੇ ਕੋਲ ਨਹੀਂ ਚੱਲਦੇ ਭਾਈ, ਗੁਰੂ ਅੰਤਰਜਾਮੀ ਆ ਸਭ। ਕਈ ਕਹਿਣਗੇ ਜੀ ਕੀ ਕਰੀਏ ਬਾਬਾ ਜੀ, ਸਿਰ ਬੜਾ ਦੁਖਦਾ ਰਹਿੰਦਾ ਸੀ ਤਾਂ ਵਾਲ ਕੱਟਾ ਤੇ। ਲੈ ਦੱਸੋ, ਕੋਈ ਕਹਿੰਦਾ ਜੀ ਪੱਗ ਨਹੀਂ ਬੰਨੀ ਜਾਂਦੀ ਜੀ, ਵਜਨ ਬੜਾ ਲੱਗਦਾ। ਕਿਵੇਂ ਸਿਰ ਦੇ ਉੱਤੇ ਪੱਗ ਬੰਨੀ ਆ ਦੱਸੋ? ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਗੁਰਮੁਖ ਪਿਆਰਿਓ ਦੁਨੀਆ ਸੰਸਾਰ ਕਰਦਾ ਹੈ। ਮਹਾਰਾਜ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਸ਼ ਭਰਿਆ ਜੀਵਨ ਤੇ ਵੈਰਾਗ ਭਰਿਆ ਜੀਵਨ ਜੋ ਆਪਾਂ ਵਿਚਾਰ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਮਹਾਰਾਜ ਜੀ ਨੇ ਕੀ ਕੀ ਕੀਤਾ ਉਹ ਅਸੀਂ ਸਾਰੇ ਸਰਵਣ ਕਰਦੇ ਹਾਂ। ਕਹਿੰਦੇ ਇਸ ਤੋਂ ਬਿਨਾਂ ਅਸੀਂ ਪਹੁਲ ਲੈਣ ਨੂੰ ਤੇ ਹੋਰ ਰੀਤੀ ਨੂੰ ਜੋ ਦੱਸੋ ਧਾਰਨ ਕਰਨ ਨੂੰ ਤਿਆਰ ਹਾਂ। ਰਾਜਿਆਂ ਦਾ ਇਹ ਉੱਤਰ ਸੁਣ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਸ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਇਹ ਰਾਜਿਆਂ ਦਾ ਉੱਤਰ ਸੁਣ ਕੇ ਹੱਸ ਪਏ। ਹੱਸ ਕੇ ਬੋਲੇ ਕਿ ਹੋਰ ਜਿੰਨੇ ਵੀ ਮੱਤਾਂ ਵਾਲੇ ਸਾਧੂ ਹਨ ਉਹ ਸਾਰੇ ਪਹਿਲੇ ਬ੍ਰਹਮਾ ਦੀ ਦਿੱਤੀ ਹੋਈ ਸਾਰੀ ਰੀਤੀ ਨੂੰ ਤਿਆਗ ਕੇ ਆਪਣੇ ਭੇਖ ਦੇ ਚਿੰਨ੍ਹ ਅਤੇ ਰੰਗ ਗੇਰੂਏ ਕੱਪੜੇ ਦਿੰਦੇ ਹਨ, ਪਰ ਅਸੀਂ ਤਾਂ ਤੁਹਾਨੂੰ ਚੰਗੀ ਰੀਤੀ ਦਿੰਦੇ ਹਾਂ। ਜੋ ਰੂਪ ਕੇਸਾਂ ਸਹਿਤ ਪਰਮੇਸ਼ਰ ਨੇ ਦਿੱਤਾ ਹੈ। ਹੁਣ ਇਹ ਦੱਸੋ ਵੀ ਪਰਮੇਸ਼ਰ ਨੇ ਸਾਰਿਆਂ ਨੂੰ ਕੇਸ ਦਿੱਤੇ ਨੇ। ਕੇਸ ਗੁਰੂ ਕੀ ਮੋਹਰ ਹੈ। ਸਾਨੂੰ ਸਾਰਿਆਂ ਨੂੰ ਕੇਸ ਦਿੱਤੇ ਨੇ। ਜਨਮ ਹੁੰਦਾ ਬੱਚੇ ਦਾ ਤਾਂ ਗੁਰਮੁਖ ਪਿਆਰੇ ਕੇਸ ਹੁੰਦੇ ਨੇ। ਜੋ ਕੇਸ ਨਾ ਕਟਾਵੇ, ਦਾੜੀ ਨਾ ਕਟਾਵੇ, ਦੇਖਣ ਨੂੰ ਕੀ ਕਹੋਗੇ? ਦੇਖਣ ਨੂੰ ਕੀ ਲੱਗੇਗਾ ਵੀ ਇਹ ਸਿੱਖ ਹੈ।
ਦਾੜੀ ਕਟਾ ਦਿੰਦੇ ਆ, ਕੇਸ ਕਟਾ ਦਿੰਦੇ ਆ। ਤਾਂ ਗੁਰਮੁਖ ਪਿਆਰਿਓ ਦੇਖਣ ਨੂੰ ਆ ਲੱਗਦਾ ਜੇ ਹਿੰਦੂ ਆ ਇਹ ਮੁਸਲਮਾਨ ਆ। ਜੋ ਰੂਪ ਕੇਸਾ ਸਹਿਤ ਪਰਮੇਸ਼ਰ ਨੇ ਦਿੱਤਾ ਹੈ ਉਸ ਨੂੰ ਵਾਹਿਗੁਰੂ ਦੀ ਮੋਹਰ ਸਾਫ਼ ਸਮਝ ਕੇ ਰੱਖੋ। ਕਹਿੰਦੇ ਜਨੇਊ ਦੀ ਥਾਂ ਤੁਹਾਨੂੰ ਲੋਕਾਂ ਦੇ ਭਲੇ ਲਈ ਤਲਵਾਰ ਦਿੰਦੇ ਆ। ਜਿਹੜਾ ਤੁਸੀਂ ਜਨੇਊ ਪਾਇਆ ਹੋਇਆ ਜਿਹੜਾ ਤੁਸੀਂ ਜਨੇਊ ਪਾਇਆ ਹੋਇਆ ਦੱਸੋ ਇਹ ਕਿਸੇ ਦੀ ਰੱਖਿਆ ਕਰ ਸਕਦਾ? ਤੁਹਾਨੂੰ ਬਚਾ ਸਕਦਾ? ਤੁਸੀਂ ਇਹਦੇ ਨਾਲ ਕੀ ਕਰ ਸਕਦੇ ਹੋ? ਅਸੀਂ ਤੁਹਾਨੂੰ ਤਲਵਾਰ ਪਹਿਨਾਉਂਦੇ ਆ, ਤਲਵਾਰ ਪਵਾਉਂਦੇ ਆ ਕਿ ਤੁਸੀਂ ਆਪਣੀ ਰੱਖਿਆ ਕਰ ਸਕੋ। ਆਖੋ ਸਤਨਾਮ। ਇਸ ਨਾਲ ਦੋਟਾਂ ਦਾ ਨਾਸ਼ ਕਰੋ ਤੇ ਧਰਤੀ ਦਾ ਰਾਜ ਕਰੋ। ਕੁਝ ਪਹਿਨੋ ਜੋ ਪੂਰਬ ਰੀਤੀ ਅਨੁਸਾਰ ਹੈ, ਇਸ ਨੂੰ ਸਾਰੇ ਯੋਧੇ ਪਹਿਨਦੇ ਰਹੇ ਨੇ। ਸ੍ਰੀ ਸਾਹਿਬ ਨੂੰ ਸਾਰੇ ਯੋਧੇ ਜੋ ਪੁਰਾਣੇ ਸਮੇਂ ਵਿੱਚ ਯੋਧੇ ਸੀ ਉਹ ਸਾਰੇ ਪਹਿਨਦੇ ਰਹੇ ਨੇ, ਭਾਵ ਕੇ ਪਾਉਂਦੇ ਰਹੇ ਨੇ। ਜੋ ਤੁਹਾਨੂੰ ਕੇਸ ਰੱਖਣਾ ਤੇ ਕੁਝ ਪਹਿਨਣਾ, ਜੋ ਤੁਹਾਨੂੰ ਕੇਸ ਰੱਖਣਾ ਤੇ ਕੱਸ ਪਹਿਨਣਾ ਚੰਗਾ ਨਹੀਂ ਲੱਗਦਾ ਤਾਂ ਫਿਰ ਜਿਵੇਂ ਮਰਜ਼ੀ ਹੈ ਕਰੋ। ਮਹਾਰਾਜ ਜੀ ਕਹਿੰਦੇ ਅਸਾਂ ਤਾਂ ਨੀਚੇ ਹੀ ਇੱਕ ਪਵਿੱਤਰ ਰਹਿਣ ਵਾਲਾ ਪੰਥ ਪ੍ਰਗਟ ਕਰਨਾ ਹੈ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਇੱਕ ਪੰਥ ਪ੍ਰਗਟ ਕਰਨਾ, ਜਿਵੇਂ ਤੁਸੀਂ ਰਹਿਣਾ ਹੈ ਰਹੋ, ਤੁਹਾਡੀ ਮਰਜ਼ੀ ਹੈ। ਮਹਾਰਾਜ ਜੀ ਕਹਿੰਦੇ ਫਿਰ ਜਿਹੜੇ ਇਸ ਵੇਲੇ ਚਾਰੇ ਵਰਨਾਂ ਦੇ ਦੀਨ ਬਣ ਕੇ ਤੁਰਕਾਂ ਦੀ ਕਾਰ ਕਰਦੇ ਹਨ ਉਹਨਾਂ ਨੂੰ ਪ੍ਰਿਥਵੀ ਦੇ ਰਾਜੇ ਕਹਿੰਦੇ ਹਨ। ਮੁਗਲ ਰਾਜ ਨੂੰ ਅਸਾਂ ਨੇ ਜੜ੍ਹਾਂ ਤੋਂ ਪੁੱਟ ਕੇ ਇਹਨਾਂ ਦੇ ਖੁਰਾ ਖੋਜ ਮਟਾਉਣਾ ਹੈ। ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਭੀਮ ਚੰਦ ਨੇ ਕਿਹਾ ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਹ ਗੱਲ ਅਸੰਭਵ ਹੈ। ਇਹ ਪਠਾਨ ਤਾਂ ਇਕੱਲਾ ਕਹਿੰਦੇ ਬੱਕਰਾ ਖਾ ਜਾਂਦੇ ਹਨ, ਫਿਰ ਇਹ ਉਹ ਬਸਤਰ ਵਿਦਿਆ ਬੜੇ ਜਾਣੂ ਹਨ, ਇਹ ਸ਼ਾਸਤਰ ਵਿਦਿਆ ਦੇ ਬੜੇ ਜਾਣੂ ਹਨ, ਤਾਕਤ ਤੇ ਬੁੱਧੀ ਵਾਲੇ ਹਨ। ਇਹਨਾਂ ਦੇ ਰਾਜ ਸਾਜ ਦੀ ਗਿਣਤੀ ਨਹੀਂ ਪੈਂਦੀ ਕਿ ਕਿੱਡਾ ਕੁ ਰਾਜ ਹੈ। ਯੁੱਗ ਵਿੱਚ ਇਹ ਸਾਨੂੰ ਚਿੜੀਆਂ ਸਮਝ ਕੇ ਬਾਜਾਂ ਵਾਂਗੂ ਪੈਂਦੇ ਹਨ। ਇਹਨਾਂ ਚਿੜੀਆਂ ਤੋਂ ਉਹਨਾਂ ਬਾਜਾਂ ਨੂੰ ਕਿਸ ਤਰ੍ਹਾਂ ਤੜਵਾ ਦੇਵੋਗੇ? ਮਹਾਰਾਜ ਜੀ ਨੂੰ ਕਹਿਣ ਲੱਗੇ ਭੀਮ ਚੰਦ ਰਾਜਾ, ਕਹਿੰਦੇ ਇਹਨਾਂ ਚਿੜੀਆਂ ਤੋਂ ਬਾਜਾਂ ਨੂੰ ਕਿਵੇਂ ਤੜਵਾ ਦੇਵੋਗੇ? ਇਹ ਗੱਲ ਸਾਡੇ ਮੰਨਣ ਵਿੱਚ ਨਹੀਂ ਆਉਂਦੀ। ਗੁਰੂ ਜੀ ਕਹਿਣ ਲੱਗੇ ਚਿੜੀਆਂ ਕੋਲੋਂ ਮੈਂ ਬਾਜ ਤੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। हे ਰਾਜਿਓ ਮੈਂ ਆਪਣੇ ਸਿੱਖਾਂ ਵਿੱਚ ਇਤਨੀ ਬਲ ਇੰਨੀ ਤਾਕਤ ਭਰ ਦਿਆਂਗਾ ਕਿ ਇਹਨਾਂ ਪਾਸੋਂ ਉਹਨਾਂ ਪਠਾਨਾਂ ਨੂੰ ਤੜਵਾ ਦਿਆਂਗਾ ਜਿਨ੍ਹਾਂ ਨੂੰ ਤੁਸੀਂ ਬਾਜ ਆਖਦੇ ਹੋ। ਜਿਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਨੇ ਜੰਗਲ ਵਿੱਚ ਜੰਗਲ ਦੇ ਬਾਂਦਰਾਂ ਪਾਸੋਂ 3 ਲੋਕ ਦੇ ਰਾਜੇ ਰਾਵਣ ਨੂੰ ਉਸ ਦੀ ਬੇਅੰਤ ਸੈਨਾ ਸਹਿਤ ਨਾਸ਼ ਕਰ ਦਿੱਤਾ ਸੀ, ਇਸੇ ਤਰ੍ਹਾਂ ਹੀ ਅਸੀਂ ਇਹਨਾਂ ਗਰੀਬਾਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਅੰਮ੍ਰਿਤ ਦੇ ਤੇਜ ਤਪ ਨਾਲ ਅਨੇਕਾਂ ਪ੍ਰਕਾਰ ਦੇ ਸ਼ਾਸਤਰ ਫੜਾ ਕੇ ਤੁਰਕਾਂ ਨੂੰ ਨਾਸ਼ ਕਰ ਦਿਆਂਗੇ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਧਰਤੀ ਦਾ ਰਾਜ ਕਰੇਗਾ। ਮੇਰਾ ਖਾਲਸਾ ਧਰਤੀ ਦਾ ਰਾਜ ਕਰੇਗਾ।
ਤੁਸੀਂ ਵੀ ਜੇ ਮੇਰੇ ਖਾਲਸੇ ਦੇ ਅਧੀਨ ਹੋ ਕੇ ਨਹੀਂ ਰਹੋਗੇ ਤਾਂ ਤੁਹਾਡਾ ਵੀ ਰਾਜ ਵੀ ਮੇਰਾ ਖਾਲਸਾ ਖੋਹ ਲਵੇਗਾ, ਸੀਨ ਲਵੇਗਾ। ਗੁਰੂ ਜੀ ਦੀ ਇਹ ਗੱਲ ਸੁਣ ਕੇ ਨਾਲ ਭੀਮ ਚੰਦ ਆਦਿਕ ਰਾਜੇ ਕੁਛ ਗੁੱਸੇ ਨਾਲ ਕਹਿਣ ਲੱਗੇ, ਕਹਿੰਦੇ ਅਸੀਂ ਤੁਹਾਡਾ ਭੇਖ ਕੇਸ ਆਦਿ ਕੁਝ ਧਾਰਨ ਨਹੀਂ ਕਰਾਂਗੇ, ਤੁਹਾਡੀ ਜਿਵੇਂ ਮਰਜ਼ੀ ਹੈ ਕਰੋ। ਸਤਿਗੁਰੂ ਜੀ ਨੇ ਕਿਹਾ, ਕਹਿੰਦੇ ਐ ਪਹਾੜੀ ਰਾਜਿਓ, ਤੁਹਾਨੂੰ ਰਾਜ ਦਾ ਅਭਿਮਾਨ ਹੈ, ਤੁਹਾਨੂੰ ਵੱਡੇਪਨ ਦਾ ਅਭਿਮਾਨ ਹੈ। ਜੇ ਤੁਸੀਂ ਸਿੱਖ ਬਣ ਜਾਂਦੇ ਤਾਂ ਤੁਹਾਡੇ ਰਾਜ ਵੱਧ ਜਾਣੇ ਸਨ ਤੇ ਤੁਸਾਂ ਅਸਰਦਕ ਹੋ ਕੇ ਰਹਿਣਾ ਸੀ ਕਿ ਅਸਾਂ ਆਪਣੇ ਤਾਕਤ ਨਾਲ ਰਾਜ ਵਧਾਇਆ ਹੈ। ਪਰ ਜੇ ਅਸੀਂ ਹੁਣ ਗਰੀਬਾਂ ਨੂੰ ਰਾਜ ਦਿਵਾਵਾਂਗੇ ਤਾਂ ਉਹ ਇਹ ਜਾਣਨਗੇ ਕਿ ਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਰਾਜ ਮਿਲਿਆ ਹੈ। ਐਸੀ ਵਾਰਲਾਪਤਾ ਕਰ ਸੁਣ ਕੇ ਰਾਜੇ ਆਪਣੇ ਡੇਰਿਆਂ ਨੂੰ ਵਾਪਸ ਚਲੇ ਗਏ ਤੇ ਗੱਲਾਂ ਕਰਨ ਲੱਗੇ ਕਿ ਦੇਵੀ ਸਿੱਧ ਕਰਕੇ ਗੁਰੂ ਜੀ ਦਾ ਸੁਭਾਅ ਕੁਝ ਹੋਰ ਹੀ ਹੋ ਗਿਆ ਹੈ। ਮਸੰਦਾਂ ਦੇ ਨਾਲ ਗੱਲਬਾਤ। ਸਤਿਗੁਰੂ ਜੀ ਨੂੰ ਮਸੰਦਾਂ ਦੀਆਂ ਬਹੁਤ ਸ਼ਿਕਾਇਤਾਂ ਪਹੁੰਚੀਆਂ। ਸਤਿਗੁਰੂ ਜੀ ਨੂੰ ਮਸੰਦਾਂ ਦੀਆਂ ਬਹੁਤ ਸ਼ਿਕਾਇਤਾਂ ਪਹੁੰਚੀਆਂ ਸਤਿਗੁਰੂ ਜੀ ਦੇ ਕੋਲ। ਸਿੱਖਾਂ ਤੋਂ ਗੁਰੂ ਕੀ ਕਾਰ ਭੇਟਾ ਲੈਣੀ, ਮਾਇਆ ਲੈਣੀ, ਉਸ ਸਮੇਂ ਉਹਨਾਂ ਨੂੰ ਬਹੁਤ ਤੰਗ ਕਰਦੇ ਤੇ ਕਾਰ ਭੇਟ ਵੀ ਗੁਰੂ ਕੀ ਗੋਲਕ ਵਿੱਚ ਪੂਰੀ ਨਹੀਂ ਸੀ ਪਾਉਂਦੇ। ਸਤਿਗੁਰੂ ਜੀ ਨੇ ਇਹਨਾਂ ਨੂੰ ਸੋਧਣ ਵਾਸਤੇ ਵਿਸਾਖੀ ਦੇ ਮੇਲੇ ਉੱਤੇ ਸਾਰੇ ਦੇਸ਼ ਪ੍ਰਦੇਸ਼ਾਂ ਵਿੱਚ ਮਸੰਦਾਂ ਨੂੰ ਹੁਕਮਨਾਮੇ ਭੇਜ ਦਿੱਤੇ। ਹੁਕਮਨਾਮੇ ਭੇਜ ਦਿੱਤੇ ਕਿ ਸੰਗਤਾਂ ਨੂੰ ਨਾਲ ਲੈ ਕੇ ਵਿਸਾਖੀ ਤੇ ਆਨੰਦਪੁਰ ਪਹੁੰਚ ਜਾਓ। ਹੁਕਮਨਾਮਿਆਂ ਸੁਣਦੇ ਸਾਰ ਗੁਰਮੁਖ ਪਿਆਰਿਓ ਸਾਰੇ ਮਸੰਦ ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਤੋਂ ਬਹੁਤ ਮਾਇਆ ਇਕੱਠੀ ਕਰ ਲਈ ਤੇ ਫਿਰ ਸਭ ਨੇ ਸਲਾਹ ਕਰਕੇ ਕਿ ਅੱਧੀ ਤੋਂ ਵੱਧ ਮਾਇਆ ਆਪੋ ਆਪਣੀਆਂ ਘਰਾਂ ਪਹੁੰਚਾ ਦਿੱਤੀਆਂ। ਅੱਧੀ ਤੋਂ ਵੱਧ ਮਾਇਆ ਇਕੱਠੀ ਕਰਕੇ ਗੁਰਮੁਖ ਪਿਆਰਿਓ ਮਸੰਦਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾ ਦਿੱਤੀ ਆ। ਪਹੁੰਚਾਣੀ ਤਾਂ ਗੁਰੂ ਘਰ ਦੇ ਵਿੱਚ ਸੀ ਪਰ ਆਪੋ ਆਪਣੇ ਘਰਾਂ ਦੇ ਵਿੱਚ ਲੈ ਗਏ ਇਕੱਠੀ ਕਰਕੇ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਅੰਤਰਜਾਮੀ ਸਨ, ਉਹ ਜਾਣਦੇ ਸੀ। ਬਾਕੀ ਕੁਝ ਲੈ ਕੇ ਸੰਗਤਾਂ ਨਾਲ ਗੁਰੂ ਜੀ ਦੇ ਪਾਸ ਆਨੰਦਪੁਰ ਸਾਹਿਬ ਪਹੁੰਚ ਗਏ। ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੂੰ ਸੰਗਤਾਂ ਦਰਸ਼ਨ ਉਪਦੇਸ਼ ਦੇਣ ਵਾਸਤੇ ਦੀਵਾਨ ਲਾਇਆ ਮਹਾਰਾਜ ਜੀ ਨੇ। ਸਭ ਸੰਗਤਾਂ ਨੇ ਆਪੋ ਆਪਣੀਆਂ ਭੇਟਾਂ ਅਰਪਣ ਕਰਕੇ ਦਰਸ਼ਨ ਕੀਤੇ ਤੇ ਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਦੂਸਰੇ ਦਿਨ ਸਤਿਗੁਰੂ ਜੀ ਨੇ ਸਾਰੇ ਮਸੰਦਾਂ ਨੂੰ ਸੱਦ ਕੇ ਆਖਿਆ। ਦੂਸਰੇ ਦਿਨ ਸਤਿਗੁਰੂ ਜੀ ਨੇ ਸਾਰੇ ਮਸੰਦਾਂ ਨੂੰ ਸੱਦ ਕੇ ਆਖਿਆ ਕਿ ਤੁਸੀਂ ਸਾਰੇ ਹੀ ਮੇਰੇ ਹਿਤਕਾਰੀ ਹੋ ਅਤੇ ਮੇਰੀ ਸੰਗਤ ਤੁਹਾਡੇ ਅਨੁਸਾਰੀ ਹੈ। ਕਾਰ ਭੇਟਾ ਇਸ ਸਮੇਂ ਬਹੁਤ ਥੋੜੀ ਆਈ ਹੈ। ਮਹਾਰਾਜ ਜੀ ਕਹਿੰਦੇ ਜਿਹੜੀ ਇਹ ਭੇਟਾ ਕਹਿੰਦੇ ਬਹੁਤ ਥੋੜੀ ਆਈ ਆ,
ਸੰਗਤ ਤੁਹਾਨੂੰ ਭੇਟਾ ਦਿੰਦੀ ਹੈ, ਪਰ ਆਈ ਥੋੜ੍ਹੀ ਬਾਕੀ ਕਿੱਧਰ ਚਲੀ ਗਈ। ਇਹਦਾ ਕੀ ਕਾਰਨ ਹੈ? ਮਸੰਦਾ ਨੇ ਉੱਤਰ ਦਿੱਤਾ, ਜੀ ਸੱਚੇ ਪਾਤਸ਼ਾਹੋ, ਜਿਹੜੇ ਧਨਵਾਨ ਸਿੱਖ ਬਹੁਤਾ ਧਨ ਦੇਣ ਵਾਲੇ ਹੁੰਦੇ ਸਨ, ਉਹ ਸਭ ਮਰ ਖਪ ਗਏ। ਲੈ, ਜਿਹੜੇ ਮਾਇਆ ਦੇਣ ਵਾਲੇ ਸੀ ਉਹ ਸਾਰੇ ਮਾਰ ਮੁਕਾ ਦਿੱਤੇ। ਇਹ ਨਹੀਂ ਦੱਸਿਆ ਵੀ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਲੈ ਗਏ ਆ। ਕਹਿੰਦੇ ਜਿਹੜੀ ਬਹੁਤੀ ਮਾਇਆ ਦੇਣ ਵਾਲੇ ਸਨ ਜੀ, ਕਹਿੰਦੇ ਉਹ ਮਰ ਖਪ ਗਏ, ਕਹਿੰਦੇ ਹੁਣ ਰਹੇ ਨਹੀਂ, ਕਹਿੰਦੇ ਸੰਸਾਰ ਤੇ। ਉਹ ਸਭ ਮਰ ਖਪ ਗਏ ਹਨ, ਪਿੱਛੋਂ ਗਰੀਬ ਸਿੱਖ ਰਹਿ ਗਏ ਨੇ। ਉਹਨਾਂ ਉੱਤੇ ਕਿਰਪਾ ਕਰੋ ਤਾਂ ਉਹ ਵੀ ਬਹੁਤ ਮਾਇਆ ਭੇਟਾ ਕਰਨ ਦੇ ਸਮਰੱਥ ਹੋ ਜਾਣ। ਕਹਿੰਦੇ ਉਹਨਾਂ ਉੱਪਰ ਕਿਰਪਾ ਕਰੋ ਤੁਸੀਂ, ਉਹ ਵੀ ਮਾਇਆ ਦੇਣ ਦੇ ਸਮਰੱਥ ਹੋ ਜਾਣ। ਤਾਂ ਗੁਰਮੁਖ ਪਿਆਰਿਓ, ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰੂ ਜੀ ਨੂੰ ਇਹ ਮਸੰਦ ਕਹਿ ਰਹੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ, ਕਹਿੰਦੇ ਭਾਈ ਮਸੰਦੋ, ਤੁਸੀਂ ਚਤਰਾਈ ਨਾ ਕਰੋ। ਭਾਈ ਮਸੰਦੋ, ਤੁਸੀਂ ਚਤਰਾਈ ਨਾ ਕਰੋ। ਜੋ ਤੁਸੀਂ ਪਹਿਲਾਂ ਭੇਟਾ ਨਿਯਤ ਕੀਤੀ ਹੋਈ ਹੈ ਉਸ ਨੂੰ ਪੂਰੀ ਕਰੋ। ਕਹਿੰਦੇ ਘੱਟ ਨਾ ਦਿਓ। ਮਹਾਰਾਜ ਜੀ ਕਹਿੰਦੇ ਲਿਆਓ, ਕਿੱਥੇ ਪੂਰੀ ਕਰੋ। ਕਹਿੰਦੇ ਗੁਰੂ ਅੰਤਰਜਾਮੀ ਆ ਭਾਈ, ਉਹ ਸਭ ਜਾਣਦਾ ਹੈ। ਮਹਾਰਾਜ ਜੀ ਕਹਿੰਦੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਤੇ ਕਹਾਂ ਛਪਾਵੇ, ਉਹ ਸਭ ਕੁਝ ਜਾਣਦਾ। ਤੁਹਾਡਾ ਕੀ ਖਿਆਲ ਹੈ ਵੀ ਅੱਜ ਨਹੀਂ ਜਾਣਦਾ? ਅੱਜ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਤਰਜਾਮੀ ਸਤਿਗੁਰੂ ਉਹੀ ਜੋਤ ਨੇ ਜਿਹੜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਜੋਤ ਸੀ। ਉਹੀ ਜੋਤ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਵੀ ਜਾਣਦੇ ਨੇ। ਸਭ ਜਾਣਦੇ ਨੇ ਵੀ ਕਿਹੜਾ ਕਿੰਨੀ ਭੇਟਾ ਦਿੰਦਾ, ਕਿਹੜਾ ਕਿੰਨਾ ਸਰਦਾ ਰੱਖਦਾ, ਕਿੰਨਾ ਭਰੋਸਾ ਰੱਖਦਾ, ਕਿੰਨਾ ਵਿਸ਼ਵਾਸ ਰੱਖਦਾ। ਅੱਜ ਵੀ ਸਰਦਾ ਵਾਲਿਆਂ ਦੀ ਘਾਟ ਨਹੀਂ ਹੈ, ਆਖੋ ਸਤਿਨਾਮ। ਅੱਜ ਵੀ ਸਿੱਖਾਂ ਦੀ ਸਰਦਾ ਵਾਲਿਆਂ ਦੀ, ਪ੍ਰੇਮ ਵਾਲਿਆਂ ਦੀ ਘਾਟ ਨਹੀਂ ਹੈ। ਅੱਜ ਵੀ ਬੜੇ ਸ਼ਰਧਾਲੂ ਪਏ ਨੇ ਜਿਹੜੇ ਗੁਰੂ ਨੂੰ ਆਪਣਾ ਤਨ ਮਨ ਧਨ ਸਭ ਕੁਝ ਅਰਪਣ ਕੀਤਾ ਹੋਇਆ। ਪਰ ਕਈਆਂ ਦਾ ਅੱਜ ਹਾਲਤ ਇਹ ਆ, ਸੱਚੇ ਪਾਤਸ਼ਾਹ ਸਭ ਕੁਝ ਤੇਰਾ ਹੈ, ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ। ਕਹਾਂਗੇ ਵੀ ਜੋ ਕੁਛ ਮੇਰਾ ਸੱਚਿਆ ਪਾਤਸ਼ਾਹ ਤੇਰਾ ਹੈ, ਪਰ ਮੰਗੀ ਨਾ ਆਖੋ ਸਤਿਨਾਮ। ਮੰਗੀ ਨਾ ਸਾਤੋ, ਹੈ ਤੇਰੀ ਆ ਸਾਰਾ ਕੁਛ। ਆ ਹਾਲਤ ਅੱਜ ਦੇ ਸਿੱਖ ਦੀ। ਤਾਂ ਗੁਰਮੁਖ ਪਿਆਰੇ, ਸਾਰੇ ਮਸੰਦਾਂ ਨੂੰ ਮਹਾਰਾਜ ਜੀ ਕਹਿੰਦੇ ਪਹਿਲਾਂ ਜਿਹੜੀ ਨੀਅਤ ਭੇਟਾ ਕੀਤੀ ਹੋਈ ਹੈ ਨਾ, ਜਿੰਨੀ ਅੱਗੇ ਰੱਖੀ ਹੋਈ ਹੈ, ਉਹ ਭੇਟਾ ਲਿਆਓ। ਕਹਿੰਦੇ ਘੱਟ ਨਾ ਦਿਓ। ਸਾਰੇ ਮਸੰਦਾਂ ਗੁਰੂ ਜੀ ਪਾਸੋਂ ਇਹ ਹੁਕਮ ਸੁਣ ਕੇ ਚਿੱਤ ਵਿੱਚ ਇਸ ਦਾ ਉਪਾਅ ਸੋਚਦੇ ਨੇ ਵੀ ਹੁਣ ਗੱਲ ਕੀ ਕਰੀਏ। ਆਪਣੇ ਮੁਖੀਏ ਚੇਤੋ ਮਸੰਦ ਪਾਸ ਚਲੇ ਗਏ। ਚੇਤੋ ਮਸੰਦ ਨੂੰ ਸਾਰੀ ਗੱਲ ਦੱਸੀ ਤੇ ਕਹਿਣ ਲੱਗੇ ਕਿ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਬੜੇ ਸਖਤ ਹੋ ਗਏ ਹਨ ਅਤੇ ਸਾਨੂੰ ਕਹਿੰਦੇ ਹਨ ਕਿ ਕਾਰ ਭੇਟਾ ਦੀ ਮਾਇਆ ਪੂਰੀ ਦਿਓ। ਅਸਾਂ ਨੇ ਬਹੁਤ ਸਮਝਾਇਆ ਹੈ, ਪਰ ਉਹ ਨਹੀਂ ਸਮਝ ਰਹੇ। ਪਰ ਉਹ ਕੁਝ ਨਹੀਂ ਸੁਣਦੇ। ਤੂੰ ਹੁਣ ਕੋਈ ਗੱਲ ਸੋਚ ਕੇ ਸਾਡੀ ਮਦਦ ਕਰ। ਚੇਤੋ ਮਸੰਦ ਨੂੰ ਕਹਿੰਦੇ ਤਾਂ ਗੱਲ ਵਿਗੜ ਜਾਏਗੀ। ਕਹਿੰਦੇ ਜੇ ਕੁਝ ਹੋ ਗਿਆ ਤਾਂ ਗੱਲ ਵਿਗੜ ਜਾਏਗੀ। ਚੇਤੋ ਮਸੰਦ ਨੇ ਸਭ ਦੀ ਗੱਲ ਸੁਣ ਕੇ ਆਖਿਆ, ਕਹਿੰਦੇ ਚਿੰਤਾ ਨਾ ਕਰੋ,
ਬਾਲਕ ਅਤੇ ਯੁਵਾ ਅਵਸਥਾ ਵਿੱਚ ਪੁਰਸ਼ ਦਾ ਸੁਭਾਅ ਐਸਾ ਹੀ ਹੁੰਦਾ। ਕਹਿਣ ਲੱਗੇ ਗੁਰੂ ਜੀ ਹਜੇ ਬਾਲਕ ਨੇ, ਛੋਟੀ ਉਮਰ ਹੈ, ਚਿੰਤਾ ਨਾ ਕਰੋ। ਜੋ ਮਨ ਵਿੱਚ ਹੋਵੇ ਉਹੀ ਬਿਨਾਂ ਸੋਚੇ ਸਮਝੇ ਮਾੜੀ ਚੰਗੀ ਕਹਿ ਦਿੰਦਾ ਹੈ। ਚੇਤੋ ਮਸੰਦ ਕਹਿੰਦਾ ਗੁਰੂ ਜੀ ਬਾਰੇ। ਸਾਰੀ ਗੱਲ ਗੁਰੂ ਜੀ ਨੂੰ ਸਮਝਾ ਕੇ ਤੁਹਾਡੀ ਮਨ ਮਰਜ਼ੀ ਅਨੁਸਾਰ ਹੀ ਕਰ ਦਿਆਂਗਾ। ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਾ ਦਿਆਂਗਾ, ਜਿਵੇਂ ਤੁਸੀਂ ਚਾਹੋਗੇ ਉਸੇ ਤਰ੍ਹਾਂ ਹੀ ਕਰ ਦਿਆਂਗਾ। ਤਾਂ ਗੁਰਮੁਖ ਪਿਆਰਿਓ, ਮੈਂ ਸਾਰੀ ਗੱਲ ਗੁਰੂ ਜੀ ਨੂੰ ਸਮਝਾ ਕੇ ਤੁਹਾਡੀ ਮਨ ਮਰਜ਼ੀ ਅਨੁਸਾਰ ਹੀ ਕਰ ਦਿਆਂਗਾ। ਦੂਸਰੇ ਦਿਨ ਚੇਤੋ ਮਸੰਦ ਗੁਰੂ ਜੀ ਦੇ ਪਾਸ ਆ ਕੇ ਆਖਿਆ ਕਿ ਸਾਰੇ ਮਸੰਦ ਤੁਹਾਡੇ ਸੇਵਾਦਾਰ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਿਆ। ਕਹਿੰਦਾ ਮਹਾਰਾਜ ਜੀ ਸਾਰੇ ਮਸੰਦ ਤੁਹਾਡੇ ਸੇਵਾਦਾਰ ਹਨ, ਇਹਨਾਂ ਨੂੰ ਵੀ ਤੁਹਾਡਾ ਹੀ ਆਸਰਾ ਹੈ। ਇਹ ਸੰਗਤ ਤੋਂ ਸਾਰਾ ਧਨ ਮਾਇਆ ਲਿਆ ਕੇ ਤੁਹਾਡੇ ਅੱਗੇ ਰੱਖ ਦਿੰਦੇ ਆ। ਇਹਨਾਂ ਨੂੰ ਸਦਾ ਆਪਣੀ ਸ਼ਰਨ ਵਿੱਚ ਰੱਖੋ। ਚੇਤੋ ਮਸੰਦ ਕਹਿੰਦਾ ਇਹ ਵੱਡੇ ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿ ਕੇ ਬੜੀ ਭਾਰੀ ਸੇਵਾ ਕਰਦੇ ਰਹੇ ਨੇ। ਭਾਵ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਇਹ ਸੇਵਾ ਕਰਦੇ ਰਹੇ ਨੇ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੇਤੋ ਮਸੰਦ ਨੂੰ ਕਿਹਾ, ਕਹਿੰਦੇ ਭਾਈ ਚੇਤੋ ਤੂੰ ਸਿਆਣਾ ਹੈ। ਇਹ ਮਸੰਦ ਮੈਨੂੰ ਇਹ ਆ ਕੇ ਭਰਮਾਉਣਾ ਚਾਹੁੰਦੇ ਹਨ ਕਿ ਸਾਰੇ ਧਨੀ ਸਿੱਖ ਮਰ ਗਏ ਹਨ। ਇਹਨਾਂ ਨੇ ਮਾਇਆ ਆਪਣੇ ਘਰਾਂ ਵਿੱਚ ਲੈ ਗਏ ਤੇ ਸਿੱਖਾਂ ਨੂੰ ਐਵੇਂ ਹੀ ਮਾਰ ਰਹੇ ਨੇ। ਅਤੇ ਪਿੱਛੇ ਜੋ ਗਰੀਬ ਸਿੱਖ ਰਹੇ ਹਨ, ਕਹਿੰਦੇ ਜੀ ਉਹ ਪੂਰੀ ਕਾਰ ਭੇਟਾ ਨਹੀਂ ਦੇ ਸਕਦੇ। ਇਹਨਾਂ ਦੇ ਇਹ ਖੋਟੇ ਬਾਕ ਮੈਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਮੇਰੀ ਸੰਗਤ ਸਦਾ ਪ੍ਰਫੁੱਲਤ ਦਿਸ਼ਾ ਵਿੱਚ ਰਹਿੰਦੀ ਹੈ। ਇਹਨਾਂ ਨੇ ਲੋਭ ਨਾਲ ਸੰਗਤਾਂ ਦੀ ਨਿੰਦਿਆ ਕਰਕੇ ਪੂਜਾ ਦਾ ਧਨ ਬਹੁਤਾ ਧਨ ਆਪ ਰੱਖ ਲਿਆ ਹੈ। ਜਿਹੜੀ ਮਾਇਆ ਇਕੱਠੀ ਹੋਈ ਆ, ਕਹਿੰਦੇ ਬਹੁਤੀ ਇਹਨਾਂ ਨੇ ਆਪ ਰੱਖ ਲਈ ਹੈ ਤੇ ਥੋੜੇ ਸਾਡੇ ਪਾਸ ਲੈ ਆਉਂਦੇ ਹਨ। ਚੇਤੋ ਕਹਿਣ ਲੱਗਾ ਕਿ ਇਹ ਸਾਰੇ ਤੁਹਾਡੇ ਆਗਿਆਕਾਰੀ ਹਨ, ਇਹਨਾਂ ਨੂੰ ਹੁਣ ਮਾਣ ਵਡਿਆਈ ਦਿਓ, ਜਿਸ ਕਰਕੇ ਇਹਨਾਂ ਨੂੰ ਸਾਰੀ ਸੰਗਤ ਮੰਨ ਕੇ ਬਹੁਤ ਧਨ ਦੇਵੇ ਅਤੇ ਗੁਰੂ ਘਰ ਦੇ ਲੰਗਰ ਦਾ ਖਰਚਾ ਸੰਭਾਲਣ। ਇਹਨਾਂ ਦਾ ਅਨੁਸਾਰ ਇਹਨਾਂ ਦਾ ਕਹਿੰਦੇ ਨਰਾਦਰ ਨਾ ਕਰੋ, ਸਗੋਂ ਦਿਆਲੂ ਹੋ ਕੇ ਇਹਨਾਂ ਨੂੰ ਇਹ ਨਿਚਾ ਕਰਾਓ ਕਿ ਗੁਰੂ ਜੀ ਬੜੇ ਦਿਆਲੂ ਹਨ। ਗੁਰੂ ਜੀ ਨੇ ਚੇਤੋ ਮਸੰਦ ਨੂੰ ਆਖਿਆ, ਕਹਿੰਦੇ ਅਸਾਂ ਤੇਰੀ ਸਾਰੀ ਗੱਲ ਸਮਝ ਲਈ ਹੈ ਕਿ ਕਾਰ ਭੇਟਾ ਦੀ ਮਾਇਆ ਚਰਾਉਣੀ ਤੇ ਝੂਠ ਬੋਲਣਾ, ਇਹ ਦੋਵੇਂ ਦੋਸ਼ ਤੇਰੇ ਵਿੱਚ ਬਹੁਤ ਹਨ। ਤੂੰ ਦੂਜਿਆਂ ਦੇ ਦੋਸ਼ ਉੱਤੇ ਪਰਦਾ ਪਾਉਂਦਾ ਹੈ। ਇਹ ਗੱਲ ਸੁਣ ਕੇ ਚੇਤੋ ਬਹੁਤ ਦੁਖੀ ਹੋਇਆ ਤੇ ਕਹਿਣ ਲੱਗਾ ਬੱਚਿਆਂ ਵਾਲੀ ਮਤ ਨਾ ਕਰੋ ਅਤੇ ਸਾਡੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। ਅਸੀਂ ਮਸੰਦ ਗੁਰੂ ਰਾਮਦਾਸ ਜੀ ਤੋਂ ਲੈ ਕੇ ਮਨ ਭਾਉਂਦੀ ਮਾਇਆ ਸੰਗਤ ਪਾਸੋਂ ਲਿਆਉਂਦੇ ਹਾਂ ਅਤੇ ਖਰਚ ਕਰਦੇ ਹਾਂ। ਤੁਸੀਂ ਜੇ ਧੀਰਜ ਨਾਲ ਵੇਖੋਗੇ ਤਾਂ ਇਹ ਸਾਰੀ ਗੱਲ ਸਮਝ ਲਵੋਗੇ। ਹੁਣ ਚੇਤੋ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਸਮਝ ਲਿਆ ਕਿ ਇਹ ਪਿਛਲੇ ਗੁਰੂ ਸਾਹਿਬਾਂ ਦੇ ਵੇਲੇ ਵੀ ਪੂਜਾ ਦਾ ਧਾਨ ਚਰਾਉਂਦੇ ਹੋਣੇ ਆਪਣੇ ਕੋਲ ਰੱਖਦੇ ਰਹੇ ਅਤੇ ਧਨ ਦੇ ਹੰਕਾਰ ਨਾਲ ਅੰਨੇ ਹੋਏ ਹਨ।
संगत निर्दोष है, संगत की कोई गलती नहीं है। एक खोटी मत वाले लोभी ते मूर्ख हन जो सिखां नूं गल्लां नाल भरमा लैंदे हन। इन्हां नूं विचार के सतवें पातशाह जी ने ये वचन कहा कि गुरु का जहाज बहुत थावां तो फट गया है। वो वचन हुण सिद्ध हो रहे हैं कि सब ने आपो अपना रास्ता फड़ लिया है, परंतु साडी संगत साडे ते भरोसा ते सरदा रखदी है, इस करके उस दी रखिया करनी साडा बिरध है। इन्हां मसंदां दा सुधार करके असीं इस फुटे हुए जहाज नूं एक थां ठीक करांगे। ये महा अपराधी सख्त सज़ा दे अधिकारी हैं। ये विचार करके आप जी चुप करे रहे, चेतो मसंद नूं कोई उत्तर ना दिता। आखो सतनाम। सतगुरु जी दे दो वेले दीवान सजदे सन। संगतां बहुत दर्शन करने वास्ते आउंदियां ते उपदेश लैके अपने मन ठार के अपना जीवन सफला कर दिया। गुरु घर दे विच काहदे वास्ते आने आपां? आ कथा गुरबाणी काहदे वास्ते सुनदे आ? अपने तपदे हुए मन नूं ठारन वास्ते। आखो सतनाम। गुरु जी दे कोलों शांति लैण वास्ते इत्थे असीं गुरमुख प्यारे आउंदे आ। कार भेटा ते दर्शन भेटा दी बहुत माया गुरु जी दे हजूर अर्पण हुंदी। देश प्रदेश दीयां संगतां आपस विच एक दूजे नाल मसंदां दीयां गल्लां करके दसदे कि मसंद उन्हां नूं बहुत तंग करदे हन। कई अजोग गल्लां भी करदे हन जिहड़ियां दसियां नहीं जा सकदे। कहंदे मसंद इन्ने इहो जिहियां गल्लां भी कहंदे ने जिहड़ियां दसियां नहीं जा सकदियां। इन्हां गल्लां दी सूरत गुरु सतगुरु जी तो अनुभव कर लिया कि मसंदां तो सिख बहुत दुखी हैं। ये उन्हां दी सरदा नाल दिती हुई माया नहीं लेंदे, सगों उन्हां नूं तंग करके अपनी मन मर्जी दी कार भेटा लेंदे हन। ये बहुत झूठे हैं। इन्हां तो संगत नूं छुटकारा दिवाउणा चाहीदा है। अगे तो सिख अपनी कार भेटा आप ही आण के दिया करना। इधर आप जी ये विचारा कर रहे सन कि मसंद अपनियां गल्लां सोच रहे सी। महाराज जी कहते अज तो बाद ये मसंदां दी जिहड़ी प्रथा ये खत्म कर देनी आ। जिहड़ियां संगतां ने वो अपनी मर्जी दे नाल अपने हिसाब दे नाल आके आप गुरु नूं भेटा अर्पण करया करना। तां गुरमुख प्यारे गुरु जी ने चेतो मसंद नूं कहा, कहंदे भाई चेतो तू सियाणा मसंद है। ये आके भरमाउणा चाहुंदे हन कि सारे सिख धनी जिहड़े वो मर गए ने। मसंदा तो छुटकारा दिवाना चाहिदा है। अगे तो सिख अपनी कार भेटा अपनी माया आप लेके आया करना। मसंद अपनियां गल्लां सोच रहे ने। चेतो मसंद उधर चेतो मसंद की अगवाई हेठा मसंदा ने माता गुजरी जी पास बेनती की। सारे इकट्ठे होके मसंद माता गुजरी जी दी कोल चले गए। गुरु जी जवानी दे जोश विच मसंदा नूं सख्त सज़ा देण दीयां गल्लां करदे हन। संगत सारी इन्हां मसंदां दे बस है। जे मसंद बिगड़ गए तो ये सारी संगत नूं बिगाड़ देणगे। फिर कार भेटा कित्थों आवेगी, माया कित्थों आवेगी, ते गुरु का लंगर का खर्चा किवें चलेगा, किस तरह चलेगा। इस करके
ਗੁਰੂ ਜੀ ਨੂੰ ਸਮਝਾਵੋ ਕਿ ਮਸੰਦਾਂ ਨਾਲ ਕੋਈ ਵਿਗਾੜ ਨਾ ਪਾਉਣ। ਗੁਰੂ ਬਣਾਉਣਾ ਤਾਂ ਮਸੰਦਾਂ ਦੇ ਹੱਥ ਵਿੱਚ ਹੈ, ਕਿਉਂਕਿ ਜਿਸ ਨੂੰ ਮਸੰਦ ਨਮਸਕਾਰ ਕਰਨ ਉਸ ਨੂੰ ਸਿੱਖ ਗੁਰੂ ਮੰਨ ਕੇ ਪੂਜਦੇ ਹਨ। ਪਹਿਲੇ ਗੁਰੂ ਸਾਹਿਬ ਸਦਾ ਮਸੰਦਾਂ ਦੇ ਅਨੁਸਾਰ ਹੀ ਚੱਲਦੇ ਰਹੇ ਹਨ, ਕਿਸੇ ਵੀ ਮਸੰਦ ਨਾਲ ਵਿਗਾੜੀ ਨਹੀਂ। ਗੁਰੂ ਬੰਸ ਸਾਰੀ ਗੁਰੂ ਕਹਿਲਾਉਂਦੀ ਰਹੀ ਆ, ਪਰ ਜਿਸ ਨੂੰ ਮਸੰਦ ਚਾਹੁੰਦੇ ਸਨ ਉਸ ਨੂੰ ਹੀ ਸੰਗਤ ਪਾਸੋਂ ਗੁਰੂ ਕਰਕੇ ਪੂਜਾ ਕਰਵਾਉਂਦੇ ਰਹੇ। ਤਾਂ ਗੁਰਮੁਖ ਪਿਆਰਿਓ, ਇਹ ਆਪਣਾ ਪਾਸਾ ਮਸੰਦਾਂ ਵੱਲੋਂ ਫੇਰ ਕੇ ਉਹਨਾਂ ਨਾਲ ਮੇਲ ਨਹੀਂ ਰੱਖਣਾ ਚਾਹੁੰਦੇ, ਤਾਂ ਮਸੰਦ ਮਾਇਆ ਇਕੱਠੀ ਕਰਕੇ ਨਹੀਂ ਲਿਆਣਗੇ। ਫਿਰ ਗੁਰੂ ਘਰ ਦਾ ਕੰਮ ਕਿਸ ਤਰ੍ਹਾਂ ਚੱਲੇਗਾ? ਗੁਰੂ ਘਰ ਦਾ ਕੰਮ ਮਾਇਆ ਨਾਲ ਚੱਲਣਾ ਨਾ, ਮਾਇਆ ਤੋਂ ਬਿਨਾ ਕੋਈ ਕਾਰਜ ਨਹੀਂ ਚੱਲਣਾ। ਮਾਇਆ ਗੁਰਮੁਖ ਪਿਆਰਿਓ, ਕਈ ਕਹਿਣਗੇ ਵੀ ਬਾਬੇ ਆਪ ਗੀਝੇ ਭਰੀ ਫਿਰੀ ਜਾਂਦੇ ਜੀ, ਤੇ ਸਾਨੂੰ ਕਹਿੰਦੇ ਵੀ ਮਾਇਆ ਤੋਂ ਦੂਰ ਰਹੋ। ਆ ਪੈਸਿਆਂ ਨੂੰ ਮਾਇਆ ਅਸੀਂ ਸਮਝਦੇ ਆ। ਮਾਇਆ 9 ਪ੍ਰਕਾਰ ਦੀ ਆ। ਜਿਹੜੀ ਚੀਜ਼ ਸਾਨੂੰ ਗੁਰੂ ਘਰ ਦੇ ਨਾਲ ਤੋੜਦੀ ਆ ਉਹ ਮਾਇਆ ਹੈ। ਆਖੋ ਸਤਨਾਮ। ਜੇ ਘਰ ਵਾਲੀ ਨੇ ਕਹਿਦਾ ਪਿਆ ਤੜਕੀ ਕਿੱਥੇ ਬਾਲਟੀ ਜੇ ਖੜਕਾਈ ਜਾਂਦਾ, ਨਾ ਸੌਂਦਾ ਤੇ ਨਾ ਸੌਣ ਦਿੰਦਾ। ਜੇ ਟਿਕ ਗਿਆ ਨਾ ਪੈ ਗਿਆ, ਸਮਝ ਲਓ ਘਰ ਵਾਲੀ ਮਾਇਆ। ਆਖੋ ਸਤਨਾਮ। ਜੇ ਘਰ ਵਾਲੀ ਨੇ ਕਹਿਦਾ ਭਗਵਾਨ ਨੇ ਤੜਕੀ ਤੂੰ ਡੋਲੂ ਜੇ ਖੜਕਾਈ ਜਾਂਦੀ ਆ, ਕੀ ਮੈਂ ਜੀ ਇਸ਼ਨਾਨ ਕਰਦੀ ਆ ਗੁਰਦੁਆਰੇ ਜਾਣਾ, ਪੈ ਜਾ ਟਿੱਕੇ। ਜੇ ਪੈ ਗਈ ਨਾ ਗੁਰੂ ਕੋਲ ਆਈ, ਸਮਝ ਲਓ ਘਰ ਵਾਲਾ ਵੀ ਮਾਇਆ ਹੈ। ਆਖੋ ਸਤਨਾਮ। ਕੀ ਕਰੀਏ ਬਾਬਾ ਜੀ, ਕੰਮ ਕਾਰ ਬੜੇ ਨੇ, ਡੰਗਰ ਪਸ਼ੂ ਕੱਖ ਕੰਡਾ ਧਾਰਾਂ ਕੱਢਣੀਆਂ, ਤਾਂ ਡੰਗਰ ਪਸ਼ੂ ਵੀ ਮਾਇਆ ਹਨ। ਆਖੋ ਸਤਨਾਮ। ਕੀ ਕਰੀਏ ਜੀ, ਕੋਠੀ ਵੱਡੀ ਆ, ਝਾੜੂ ਚੰਮੜ ਪੋਚਾ ਸੋਚਾ ਲਾਉਂਦੇ ਆ ਜੀ, ਸਮਝ ਨਹੀਂ ਲੱਗਦਾ। ਸਮਝ ਲਓ ਉਹ ਵੀ ਇੱਕ ਮਾਇਆ ਹੈ। 9 ਪ੍ਰਕਾਰ ਦੀ ਮਾਇਆ ਮੰਨੀ ਆ। ਪੈਸਿਆਂ ਨੂੰ ਮਨਾ ਨਹੀਂ ਕੀਤਾ ਮਹਾਰਾਜ ਜੀ ਨੇ। ਜੇ ਮਨਾ ਕੀਤਾ ਹੁੰਦਾ ਪੈਸਿਆਂ ਨੂੰ ਨਾ, ਫਿਰ ਅਨੰਦਪੁਰ ਸਾਹਿਬ ਦੇ ਵਿੱਚ ਲੰਗਰ ਕਿਵੇਂ ਚੱਲਦੇ, ਕਿਵੇਂ ਏਡੇ ਏਡੇ ਕਾਰਜ ਹੁੰਦੇ। ਗੁਰੂ ਘਰ ਸੰਗਤਾਂ ਦੇ ਮਾਇਆ ਨਾਲ ਚੱਲਦੇ ਆ। ਜੇ ਸੰਗਤਾਂ ਮਾਇਆ ਚੜਾਊਗੀ ਤਾਂ ਹੀ ਗੁਰੂ ਘਰ ਦੇ ਵਿੱਚ ਕੁਝ ਨਾ ਕੁਝ ਬਣੂਗਾ, ਤਰੱਕੀ ਹੋਊਗੀ ਨਾ। ਇਸੇ ਕਰਕੇ ਤੁਹਾਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਠੋਲੂ ਜਿਹੇ ਰੁਪਈਏ ਤੁਸੀਂ ਪਾਉਨੇ ਨਾ ਗੋਲਕ 'ਚ ਲਿਆ ਕੇ, ਵੀ ਇਹਨਾਂ ਨੂੰ ਬੰਦ ਕਰੋ। ਘੱਟੋ ਘੱਟ, ਬਹੁਤਾ ਨਹੀਂ, ਘੱਟੋ ਘੱਟ 10 ਰੁਪਈਏ ਰੋਜ਼ ਗੁਰੂ ਦੇ ਵਾਸਤੇ ਜੇ ਕੱਢਾਂਗੇ ਨਾ, ਤਾਂ ਮਹੀਨੇ ਦਾ 300 ਰੁਪਈਆ ਬਣਦਾ। ਹਰ ਇੱਕ ਜਣਾ 300 ਰੁਪਏ ਮਹੀਨੇ ਦਾ ਗੁਰੂ ਕੀ ਗੋਲਕ ਦੇ ਵਿੱਚ ਪਾਵੇਗਾ, ਤਾਂ ਗੁਰੂ ਘਰ ਦੇ ਗੁਰਮੁਖ ਪਿਆਰੇ, ਜਿਵੇਂ ਬਿੱਲ ਹੋ ਗਏ, ਤਨਖਾਹ ਹੋ ਗਈਆਂ, ਹੋਰ ਕਿੰਨੇ ਖਰਚੇ ਪਰਚੇ ਨੇ, ਤਾਈਓ ਚੱਲਣੇ ਨੇ ਨਾ। ਆ ਟੂਟੀਆਂ ਗੁਰੂ ਘਰ ਦੀਆਂ ਕਿਤੇ ਇੱਥੋਂ ਲੀਕ ਹੋ ਰਹੀ ਹੈ, ਕਿਤੇ ਕਿਤੋਂ ਲੀਕ ਹੋ ਰਹੀ, ਕਿਤੇ ਕਿਤੋਂ। ਜੇ ਮਾਇਆ ਹੁੰਦੀ ਆ ਤਾਈਓ ਫਿਰ ਛੇਤੀ ਨਾਲ ਕੰਮ ਹੋ ਜਾਂਦੇ ਨੇ ਨਾ। ਜੇ ਮਾਇਆ ਨਹੀਂ ਹੈ ਫਿਰ ਹੋਊਗਾ ਕੀ? ਇਹ ਹੁਣ ਸੰਗਤਾਂ ਨੇ ਗੁਰੂ ਘਰ ਨੂੰ ਉੱਚਾ ਚੱਕਣਾ ਹੁੰਦਾ, ਜਿੱਡਾ ਮਰਜ਼ੀ ਬਣਾ ਲੈਣਾ, ਜਿੱਡਾ ਮਰਜ਼ੀ ਘਟਾ ਲੈਣਾ। ਜੇ ਇੱਥੇ ਰੱਖਣਾ ਤਾਂ ਇੱਥੇ ਵੀ ਇੰਨਾ ਹੀ ਤਾਂ ਫਿਰ ਹੈ ਹੀ ਹੈ ਜਿਹੜਾ ਬਣਿਆ ਹੋਇਆ। ਜਿੰਨੀ ਅਸੀਂ ਰਲ ਮਿਲ ਕੇ ਸਾਰੇ ਗੁਰੂ ਨੂੰ ਸੇਵਾ ਕਰਾਂਗੇ, ਗੁਰੂ ਘਰ ਨੂੰ ਮਾਇਆ ਅਰਪਣ ਕਰਾਂਗੇ, ਉਨੀ ਗੁਰਮੁਖ ਪਿਆਰਿਓ ਕਾਰਜ ਸਿਮਰਦੇ ਜਾਣੇ ਨੇ। ਆਖੋ ਸਤਨਾਮ। ਉਨੀ ਚੜ੍ਹਦੀ ਕਲਾ ਹੋਣੀ ਆ। ਆ ਦੇਖੋ ਹੁਣ ਮਾਇਆ ਲੱਗੀ, ਪਤਾ ਲੱਗ ਰਿਹਾ ਨਾ। ਜੰਗਲਾ ਹੋ ਗਿਆ, ਗੋਲਕ ਹੋ ਗਈ, ਜਿਵੇਂ ਆਪਣੇ ਸਰਦਾਰ ਰਾਜਵੀਰ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ, ਸਨ ਆਫ ਦੀਦਾਰ ਸਿੰਘ ਜੀ ਕੰਨਗੋ,
ਆ ਜੰਗਲੇ ਦੀ ਸੇਵਾ ਕਰ ਦਿੱਤੀ, ਗੋਲਕ ਦੀ ਇਹਨਾਂ ਨੂੰ ਬੇਨਤੀ ਕੀਤੀ, ਮੈਂ ਵੀ ਗੋਲਕ ਦੀ ਸੇਵਾ ਤੇ ਜੰਗਲਾਂ ਲਾਓ, ਆ ਗਿਆ। ਫਿਰ ਇਹਨਾਂ ਤਿੰਨਾਂ ਭਰਾਵਾਂ ਵੱਲੋਂ ਰਲ ਮਿਲ ਕੇ ਮਾਤਾ ਜੀ ਯਾਦ ਵਿੱਚ ਜੋਤ ਆ ਗਈ ਆ। ਆਈ ਹੌਲੀ 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 ਜਿਵੇਂ ਸਰਦਾਰ ਅਵਤਾਰ ਸਿੰਘ ਜੀ ਨੇ, ਉਹਨਾਂ ਨੇ 21,000 ਰੁਪਏ ਦਿੱਤਾ। ਕਹਿੰਦੇ ਬਾਬਾ ਜੀ ਜਿੱਦੇ ਗੁਰਦੁਆਰਾ ਸ਼ੁਰੂ ਕਰ ਦਿੱਤਾ ਨਾ, ਜਿੰਨੇ ਮੂੰਹੋਂ ਕਹੋਗੇ ਉਨੀ ਪੈਸੇ ਦੇ ਦਿਆਂਗੇ। ਬੜੀ ਸੰਗਤ ਹਾਮੀ ਭਰਦੀ ਹੈ, ਕਹਿੰਦੇ ਬਾਬਾ ਜੀ ਇੱਕ ਵਾਰੀ ਗੁਰਦੁਆਰਾ ਸਾਹਿਬ ਦਾ ਕੰਮ ਸ਼ੁਰੂ ਕਰੋ, ਮਾਇਆ ਦੀ ਨਹੀਂ ਕੋਈ ਘਾਟ, ਮਾਇਆ ਬਥੇਰੀ, ਜਿੰਨੀ ਕਹੋਗੇ ਉਨੀ ਦੇ ਦਿਆਂਗੇ। ਇਹ ਸੰਗਤਾਂ ਦੇ ਕਾਰਜ ਨੇ ਭਾਈ, ਸੰਗਤਾਂ ਨੇ ਹੀ ਰਲ ਮਿਲ ਕੇ ਕਰਨੇ ਨੇ, ਤੇ ਸਾਡਾ ਹੀ ਫਰਜ਼ ਬਣਦਾ। ਮੈਂ ਪਰਸੋਂ ਜੇ ਕਿਹਾ ਤੀ ਨਾ, ਮਾਂ ਭਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਆ ਰਿਹਾ, ਮੈਂ ਇੱਕ ਤੁਹਾਨੂੰ ਗਿਫਟ ਦਿਆਂਗੇ ਵੀ ਦੱਸੂਗਾ, ਫਿਰ ਦੱਸੂਗਾ ਉਹਦੇ ਜਿੱਦੇ ਲੈ ਕੇ ਆਵਾਂਗੇ। ਉਹ ਵਿੱਚ ਗੱਲਾਂ ਲੱਗ ਗਈਆਂ ਮਾਈਆਂ, ਕਈ ਪਰ ਪਤਾ ਨਹੀਂ ਲੱਗਦਾ ਵੀ ਕੀ ਕਹਿੰਦੇ। ਹੁਣ ਬਾਬਾ ਜੀ ਕਹਿੰਦੇ ਦੀਵਾਲੀ ਨੂੰ ਗਿਫਟ ਵੀ ਵੰਡਣਗੇ, ਆਖੋ ਸਤਨਾਮ। ਕਹਿੰਦੇ ਹੁਣ ਗਿਫਟ ਵੀ ਦੇਣਗੇ ਬਾਬਾ ਜੀ, ਇੱਥੇ ਪਹਿਲਾਂ ਚਾਂਦੀ ਦੇ ਸਿੱਕੇ ਵੰਡੇ ਨੇ, ਹੁਣ ਗਿਫਟ ਵੀ ਦੇਣਗੇ। ਐਂ ਗੱਲਾਂ ਕਰਨ ਲੱਗ ਗਏ। ਉਹ ਭਾਈ ਆਪਾਂ ਨੂੰ ਉਹ ਗਿਫਟ ਨਹੀਂ ਦੇਣੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਘਰ ਵਾਸਤੇ ਆਪਾਂ ਪਾਲਕੀ ਲੈ ਕੇ ਆ ਰਹੇ, ਜਿਹਦੀ ਕੀਮਤ ਹੈ 70-80 ਹਜ਼ਾਰ ਰੁਪਈਆ। 70-80 ਹਜ਼ਾਰ ਰੁਪਈਆ ਜਿਹਦੀ ਕੀਮਤ, ਉਹ ਸਾਰੀ ਸਟੀਲ ਦੀ ਆ, ਬਹੁਤ ਸੁੰਦਰ ਆ ਤੇ ਬੜੀ ਵਧੀਆ। ਤੇ ਕੱਲ੍ਹ ਉਹਦੀ ਸਾਈ ਦੇ ਦਿੱਤੀ ਆ, ਤੇ ਉਹ ਬਹੁਤ ਛੇਤੀ ਤੁਹਾਡੇ ਰੂਬਰੂ ਹੋ ਜਾਣੀ ਆ। 12 ਤਰੀਕ ਨੂੰ ਆਪਣੇ ਗੁਰਦੁਆਰਾ ਸਾਹਿਬ ਆ ਜਾਣੀ ਆ। 13 ਤਰੀਕ ਨੂੰ 13, 14, 15 ਦਾ 10ਵੀਂ ਦਾ ਅਖੰਡ ਪਾਠ ਸਾਹਿਬ ਉਹ ਪਾਲਕੀ ਦੇ ਵਿੱਚ ਹੋਏਗਾ। ਤੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਆ ਰਿਹਾ, ਉਹ ਅਖੰਡ ਪਾਠ ਸਾਹਿਬ ਵੀ ਉਸ ਪਾਲਕੀ। ਪਰ ਮੈਂ ਤਾਂ ਗੱਲਾਂ ਬਾਤਾਂ ਡਰ ਰਿਹਾ ਸੀ। ਸਾਡੇ ਕੰਨਗੋ ਸਾਹਿਬ ਜੀ ਕਹਿੰਦੇ ਜੀ ਪਾਲਕੀ ਦੇਣੀ ਆ। ਮੈਂ ਕਿਹਾ ਜੀ ਚਲੋ ਆਹ ਸੇਵਾ ਕਰ ਲਈ ਆਪਾਂ, ਬੇਨਤੀ ਕੀਤੀ, ਉਹਨਾਂ ਵਿਚਾਰੇ ਨੇ ਮੰਨ ਲਈ। ਫਿਰ ਹੋਰ ਆਏ, ਕਹਿੰਦੇ ਜੀ ਪਾਲਕੀ ਦੇਣੀ ਆ। ਮੈਂ ਕਿਹਾ ਭਾਈ ਹੋਰ ਸੇਵਾ ਕਰਾ ਦਿਓ। ਚਲੋ ਉਹਨਾਂ ਨੇ ਵਿਚਾਰੇ ਨੇ ਮੰਨ ਲਈ, ਸੇਵਾ ਕਰਤੀ। ਫਿਰ ਹੋਰ ਸੇਵਾਦਾਰ ਆ ਗਏ। ਮੈਂ ਕਿਹਾ ਵੀ ਹੁਣ ਮਹਾਰਾਜ ਦਾ ਪਾਲਕੀ 'ਚ ਬੈਠਣਗੇ, ਹੁਣ ਨਹੀਂ ਰੋਕਣਾ। ਕਹਿੰਦੇ ਤੀਜਾ ਬਚਨ ਨਹੀਂ ਮੋੜੀਂਦਾ, ਤੀਜਾ ਬਚਨ ਨਹੀਂ ਮੋੜੀਂਦਾ। ਮੈਂ ਕਿਹਾ ਆਉਣ ਦਿਓ ਭਾਈ। ਫਿਰ ਹੁਣ ਆਪਾਂ 12 ਤਰੀਕ ਨੂੰ 70-75 ਹਜ਼ਾਰ ਰੁਪਏ ਦੀ ਜਿਹੜੀ ਪਾਲਕੀ ਆ, ਉਹ ਗੁਰੂ ਸਾਹਿਬ ਦੇ ਵਾਸਤੇ ਆ ਰਹੀ ਆ। ਬਹੁਤ ਜਲਦੀ ਤੁਹਾਡੇ ਰੂਬਰੂ ਕਰਾਂਗੇ। ਸਾਈ ਵਧਾਈ ਸਾਰਾ ਕੁਝ ਹੋ ਗਿਆ। ਸੇਵਾਦਾਰ ਦਾ ਵੀ ਆਪਾਂ ਨਾਮ ਉਦੋਂ ਹੀ ਦੱਸਾਂਗੇ, ਤੁਹਾਨੂੰ ਅਰਦਾਸ ਕਰਾਂਗੇ, ਸਿਰਪਾਓ ਦੇਵਾਂਗੇ, ਗੁਰੂ ਘਰ ਦੀ ਜੋ ਮਰਿਆਦਾ ਹੈ। ਸੋ ਇਸ ਕਰਕੇ ਇਹ ਸੰਗਤਾਂ ਨੇ ਕਾਰਜ ਰਚਾਣੇ ਹੁੰਦੇ ਨੇ, ਸੰਗਤਾਂ ਦੇ ਕਾਰਜ ਨੇ, ਇਹ ਕਿਹੜਾ ਕੋਈ ਇਕੱਲੇ ਦਾ ਥੋੜੂ ਆ। ਜੇ ਹੁਣ ਰਾਜਵੀਰ ਹੋਣੀ ਪ੍ਰਧਾਨ ਦੀ ਸੇਵਾ ਕਰਦੇ ਨੇ, ਦਿਦਾਰ ਸਿੰਘ ਜੀ, ਬੋਵੀ ਜੀ, ਹੋਰ ਸਾਡੇ ਇੰਦਰਜੀਤ ਹੋਣੀ ਵੀਰ, ਹੋਰ ਸਾਡੇ ਜਿੰਨੇ ਵੀ ਸੇਵਾਦਾਰ ਨੇ ਗੁਰੂ ਘਰ ਦੀ ਸੇਵਾ ਕਰਦੇ ਨੇ, ਇਹ ਥੋੜ੍ਹਾ ਵੀ ਇਹਨਾਂ ਦੇ ਫਰਜ਼ ਆ। ਇੱਥੇ ਸਾਡਾ ਸਾਰਿਆਂ ਦਾ ਫਰਜ਼ ਹੈ। ਜਿਵੇਂ ਹਰਦੀਪ ਸਿੰਘ ਜੀ ਨੇ ਵਿਚਾਰੇ ਰੋਜ਼ ਲੱਗੇ ਰਹਿੰਦੇ ਨੇ, ਦੇਖੋ ਲੱਕੜ ਦਾ ਕੰਮ ਚੱਲਦਾ ਨਾ, ਕਿੱਡੇ ਰਾਤ ਨੂੰ, ਨਾਲੇ ਇਹਨਾਂ ਨੇ ਆਪਣਾ ਕੰਮ ਕਰਨਾ। ਫਿਰ ਗੁਰੂ ਘਰ ਆ ਕੇ ਰਾਤ ਨੂੰ 12-12 ਵਜੇ ਰਾਤ ਅਸੀਂ ਰੋਜ਼ 1-1 ਵਜੇ ਪੈਂਦੇ ਹਾਂ। ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ, ਕੰਮ ਕਾਰ ਚੱਲ ਰਹੇ, ਕਦੇ ਕੁਛ ਬਣ ਰਿਹਾ, ਕਦੇ ਕੁਛ ਬਣ ਰਿਹਾ, ਕਦੇ ਕੁਛ ਬਣ ਰਿਹਾ। ਇਸ ਕਰਕੇ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੁੰਦਾ, ਕੋਈ ਇਕੱਲੇ ਦਾ ਕਾਰਜ ਨਹੀਂ ਹੈ। ਇੱਥੇ ਕੋਈ ਇਕੱਲਾ ਬਾਬੇ ਦਾ ਫਰਜ਼ ਨਹੀਂ, ਇੱਥੇ ਕੋਈ ਕਮੇਟੀ ਵਾਲਾ ਦਾ ਫਰਜ਼ ਨਹੀਂ, ਇੱਥੇ ਸਾਡਾ ਸਾਰੇ ਨਗਰ ਦਾ ਫਰਜ਼ ਆ, ਬੱਚੇ ਦਾ ਫਰਜ਼ ਆ। ਕਿਉਂਕਿ ਗੁਰੂ ਘਰ ਬਣੂਗਾ। ਕਿੰਨੀ ਸਜਾਵਟ ਹੋਈ ਆ, ਅਮਰੀਕਾ ਕੈਨੇਡਾ ਸੰਗਤਾਂ ਵੱਲੋਂ ਸਾਰੀਆਂ ਵਧਾਈਆਂ ਮਿਲ ਰਹੀਆਂ। ਕਹਿੰਦੇ ਜੀ ਬੜੀ ਸੋਹਣੀ ਸਜਾਵਟ ਹੋਈ ਪਈ ਆ, ਬੜੇ ਸੋਹਣੇ ਸ਼ਾਸਤਰ ਸਜਾਏ ਹੋਏ ਨੇ, ਬੜਾ ਸੋਹਣਾ ਗੁਰੂ ਘਰ ਬਣਿਆ ਹੋਇਆ। ਤੁਸੀਂ ਵੀ ਹਰੇਕ ਕਿਤੇ ਜਾਓਗੇ ਕਹੋਗੇ ਵੀ ਸਾਡੇ ਗੁਰਦੁਆਰੇ ਬਈ, ਅਸੀਂ ਕਹਾਂਗੇ ਵੀ ਸਾਡਾ ਹੀ ਕਹੋਗੇ ਨਾ। ਹਰੇਕ ਸਾਡਾ ਕਹੂਗਾ, ਹਰੇਕ ਬੰਦਾ ਵੀ ਸਾਡਾ ਗੁਰਦੁਆਰਾ ਜੀ। ਇਸ ਕਰਕੇ ਭਾਈ ਜੇ ਸਾਡਾ ਅਸੀਂ ਬੜੇ ਆ ਨਾ ਗੁਰੂ ਦੇ, ਤਾਂ ਗੁਰੂ ਨੂੰ ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ, ਆਖੋ ਸਤਨਾਮ। ਗੁਰੂ ਦਾ ਹੁਕਮ ਮੰਨ ਕੇ ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ। ਇੱਕ ਸਾਰੇ ਕੰਮ ਅਸੀਂ ਨੇ ਆਪ ਕਰਨੇ ਨੇ, ਤੇ ਗੁਰੂ ਨੇ ਸਾਨੂੰ ਤੇ ਬਖਸ਼ਿਸ਼ ਕਰਨੀ ਆ।
गुरु ने साडे ते रहमत करनी आ। सिखा तेरा दिता होया दान, तेरी दिती हुई भेटा महाराज जी ने 10 गुणा वधा देनी। आखो सतनाम। पिछे जो मैं दसिया सी जदों मैं उरे आए नहीं सी, असीं लड़कियां दे ब्याह कीते आ। ਗਿਆਨੀ बाबा जसवंत सिंह जी अमेरिका वाले, जिन्हां नाल मेरा बड़ा प्यार आ। घट्टो घट्ट अमेरिका, कनेडा, आस्ट्रेलिया, इंग्लैंड सारे देशों के विच अपनी संगत बैठी है, जान पछाण वाले, प्यार करने वाले। सो इस तरह दसवंध भेजते रहते हैं जो ब्याह करते हैं लड़कियां दे। उन्होंने 51,000 रुपया लड़कियों के ब्याह वास्ते पिछली बार 7-8 महीने हो गए। गुरु तेग बहादुर महाराज जी के अवतार दिहाड़े के उत्ते ब्याह किए गए सी 21 लड़कियां दे। उन्होंने 51,000 रुपये भेजा, अरदास की। मैनू 4-5 दिन बाद फोन आया, कहते बाबा जी कहते थोड़ी अरदास प्रवान हो गई। कहते 51,000 रुपया भेजा तो साडा 15 लाख रुपये का फायदा हो गया। आखो सतनाम। 15 लाख रुपये का ऐ गुरु फायदे करदा, ऐ गुरु कृपा करदा। जिथे गुरमुख प्यारे सानू पता भी 5 लाख रुपये दे नाल नहीं सरना, गुरु ऐसी कृपा करदा, ऐसी रहमत करदा, उत्थे लख नाल ही सर जांदा। आखो सतनाम। ऐ कृपा करदा भाई सतगुरु। सतगुरु अपने प्यारिਆਂ ਦੇ ਵਿੱਚ बोलदा, ज्यों बुलावे तू बोले स्वामी कुदरत कामन हमारी। सतगुरु अपने सिखां दे विच, सेवकां दे विच वरतदा है, अपने सिखां दे विच वरत के बोलदा है। ये थोड़ा भी हुण गुरु गोबिंद सिंह महाराज जी घोड़े दे उत्ते आके चढ़ के तैनूं कहणगे ले सिखा पा लंगरां दे विच भाई माया लै भाई आ सेवा कर। महाराज ने थोड़ो कहना, उन्होंने अपने सेवकां दे विच, अपने सिखां दे विच वरत के उन्हां दे राही तुहानूं कहा देना। आखो सतनाम। इस करके भाई ये साडा सारिਆਂ ਦਾ फर्ज बनता ते सारिਆਂ ने असीं रल मिल के दिन दुगणियां रात चौगणियां तरक्कियां ते गुरु घर दी शोभा नूं वधाउणा है। ये साडा मुढ़ला फर्ज बनता साडा। सो सारियां संगतां तुसीं बड़े प्यार वाले हो, बड़े सत्कार वाले हो। किन्नियां सेवावां चल रही ने, किन्ने कारज हो रहे ने। आ देख लो थोड़े दिनों के 2 महीनों में मेरे ख्याल भी 2-2.5 लाख रुपया संगतां ने आई रल मिल के ला दिता है। AC लग्या होया। कनेडा तो सरदार सुखदेव सिंह जी जो राजवीर सिंह के मामा जी ने, उन्होंने देखो AC है दी कोई जात चेते भी कोई आ जूगी कनेडा तो माया जा। ये तो सब गुरु ने आपे कृपा कर देंगे ने, आपे रहमत कर देंगे ने। सो इसे करके सारे जदों तुसीं साथ दोगे, सारे आपां रल मिल के गुरुद्वारे नूं दिन दुगणियां रात चौगणियां तरक्कियां ते लैके जावांगे। ये तुहाडे सहयोग दे नाल होना ते सतगुरु महाराज की कृपा दे नाल होना। इस करके भाई जिहड़ियां सिख संगतां वो सेवा करया करदे सन, तां गुरमुख प्यारिओ आओ सतगुरु कलगीधर पातशाह गुरु गोबिंद सिंह महाराज गुरु जी ने कहा, माता जी इन्हां मसंदां ने मेरियां संगतां नूं बहुत दुखी किया होया है। मेरे पासों ये गल सहारी नहीं जा सकती। महाराज जी कहते मेरी संगत नूं मसंद तंग करन, ये मेरे तो गल सहारी नहीं जाती। इस तरह इस तरह दीयां गल्लां ये करदे ने। इस तरह ये गल्लां अजे चल ही रहियां सन कि वो सिख भी गुरु जी दे दर्शन परसन करने वास्ते आ गया। जेतो चेतो मसंदकार भेटा लैंदा सी। उसने पहला चेतो दे हथ एक हाथी दंद का सुंदर चूड़ा, जिसनों बहुत सारे कीमती हीरे आदक जड़े हुए सन, माता जी दे पहनण वास्ते भेजिया सी। वो चूड़ा हीरे जवाहर लगे हुए सी, हाथी दे दंदां दा बनिया होया ते
ਤੇ ਹੀਰੇ ਜਵਾਹਰ ਲੱਗੇ ਹੋਏ ਸੀ। ਉਹ ਚੇਤੋ ਮਸੰਦ ਨੂੰ ਜਿਹੜੇ ਸਿੱਖ ਨੇ ਦਿੱਤਾ ਸੀ ਤੇ ਉਹ ਸਿੱਖ ਵੀ ਆ ਗਿਆ, ਆਖੋ ਸਤਨਾਮ। ਪਰ ਚੇਤੋ ਨੇ ਇਹ ਚੂੜਾ ਮਾਤਾ ਜੀ ਨੂੰ ਅਰਪਣ ਕਰਨ ਦੀ ਥਾਂ ਆਪਣੇ ਘਰ ਵਾਲੀ ਦੇ ਹੱਥ ਪਵਾ ਦਿੱਤਾ, ਆਖੋ ਸਤਨਾਮ। ਦੇੜਾ ਤਾਂ ਮਾਤੋ ਜੀਤਾ ਰੂ ਸੀ ਜੀ, ਤਾਂ ਗੁਰਮੁਖ ਪਿਆਰੇ ਉਹ ਚੂੜਾ ਚੇਤੋ ਮਸੰਦ ਨੇ ਆਪਣੇ ਘਰ ਵਾਲੀ ਦੇ ਪਵਾ ਦਿੱਤਾ। ਜਦ ਇਹ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤਾਂ ਚੇਤੋ ਡਰ ਗਿਆ ਕਿ ਇਹ ਸਿੱਖ ਕਿਤੇ ਗੁਰੂ ਜੀ ਨੂੰ ਪੁੱਛ ਹੀ ਨਾ ਲਵੇ ਕਿ ਮੈਂ ਕੀ ਕਰਾਂਗਾ ਜੇ ਪੁੱਛ ਲਿਆ। ਮੈਂ ਜੋ ਮਾਤਾ ਜੀ ਵਾਸਤੇ ਸੁੰਦਰ ਚੂੜਾ ਚੇਤੋ ਦੇ ਹੱਥ ਭੇਜਿਆ ਸੀ ਉਹ ਮਿਲ ਗਿਆ ਹੈ ਕਿ ਨਹੀਂ ਮਿਲਿਆ। ਜਦੋਂ ਗੁਰੂ ਜੀ ਨੂੰ ਪਤਾ ਲੱਗੇਗਾ ਕਿ ਚੂੜਾ ਨਹੀਂ ਪਹੁੰਚਿਆ ਤਾਂ ਉਹ ਮੈਨੂੰ ਪੁੱਛਣਗੇ, ਮੇਰੀ ਬੇਈਮਾਨੀ ਸਾਬਤ ਹੋ ਜਾਏਗੀ। ਇਸ ਵਾਸਤੇ ਇਸਨੇ ਗੁਰੂ ਜੀ ਨੂੰ ਚੌਬਦਾਰ ਨੂੰ ਆਖਿਆ ਕਿ ਇਹ ਸਿੱਖ ਕੁਝ ਬੁੱਧੀ ਦਾ ਹੌਸਲਾ ਹੈ, ਇਸ ਨੂੰ ਅੱਗੇ ਗੁਰੂ ਜੀ ਪਾਸ ਨਾ ਜਾਣ ਦੇਣਾ। ਉਹਨਾਂ ਨੂੰ ਬੇਅਰਥ ਹੀ ਬੋਲ ਕੇ ਤੰਗ ਕਰਾਂਗਾ। ਇਹ ਵੱਧ ਘੱਟ ਬੋਲਣ ਤੋਂ ਸੰਕੋਚ ਨਹੀਂ ਕਰਦਾ ਹੁੰਦਾ। ਚੌਬਦਾਰ ਨੂੰ, ਪਹਿਰੇਦਾਰ ਨੂੰ ਇਹ ਗੱਲ ਸਮਝਾ ਕੇ ਚੇਤੋ ਮਸੰਦ ਨਿਚਿੰਤ ਹੋ ਗਿਆ ਕਿ ਹੁਣ ਮੇਰਾ ਪਾਜ ਨਹੀਂ ਖੁੱਲੇਗਾ। ਇੱਕ ਦਿਨ ਸੁਭਾਵਿਕ ਹੀ ਜਦ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗਾ ਤਾਂ ਉਸ ਨੂੰ ਅੱਗੇ ਜਾਣ ਤੋਂ ਦਿਆਲਪਾਲ ਨੇ ਰੋਕ ਦਿੱਤਾ, ਪਹਿਰੇਦਾਰ ਨੇ ਰੋਕ ਦਿੱਤਾ। ਇਹ ਸਮਾਂ ਗੁਰੂ ਜੀ ਨੂੰ ਮਿਲਣਾ ਦਾ ਨਹੀਂ ਹੈ। ਇਸ ਤਰ੍ਹਾਂ 2-3 ਦਿਨ ਕੋਈ ਨਾ ਕੋਈ ਬਹਾਨਾ ਲਾ ਕੇ ਪਹਿਰੇਦਾਰ ਨੇ ਸਿੱਖ ਨੂੰ ਅੱਗੇ ਨਾ ਜਾਣ ਦਿੱਤਾ। ਔਰ ਸਾਰੇ ਸਿੱਖਾਂ ਨੂੰ ਦਰਸ਼ਨ ਕਰਕੇ ਆਉਂਦੇ ਜਾਂਦੇ ਵੇਖ ਕੇ ਇਹ ਸਿੱਖ ਹੈਰਾਨ ਹੋ ਜਾਂਦਾ ਵੀ ਮੈਨੂੰ ਕਿਉਂ ਨਹੀਂ ਦਰਸ਼ਨ ਕਰਾਉਂਦੇ, ਮੈਨੂੰ ਕਿਹੜੀ ਵਜ੍ਹਾ ਕਰਕੇ ਦਰਸ਼ਨ ਕਰਨ ਤੋਂ ਰੋਕਿਆ ਜਾਂਦਾ ਹੈ। ਸਿੱਖਾਂ ਦੀਆਂ ਅਰਦਾਸਾਂ ਅਤੇ ਰਜੋਈਆਂ ਅੰਤਰਜਾਮੀ ਸਤਿਗੁਰੂ ਜੀ ਨੂੰ ਪਹੁੰਚ ਗਈਆਂ ਤੇ ਉਹਨਾਂ ਇੱਕ ਸਿੱਖ ਨੂੰ ਭੇਜ ਕੇ ਇਸ ਦਰਸ਼ਨ ਆਤਰ ਸਿੱਖ ਨੂੰ ਸੱਦ ਲਿਆ। ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੜਾ ਖੁਸ਼ ਹੋਇਆ ਤੇ ਨਮਸਕਾਰ ਕੀਤੀ ਅਤੇ ਚਰਨਾਂ ਪਾਸ ਬੈਠ ਗਿਆ। ਸਤਿਗੁਰੂ ਜੀ ਨੇ ਹੱਸ ਕੇ ਪੁੱਛਿਆ, ਭਾਈ ਸਿੱਖਾ ਸਾਡੇ ਵਾਸਤੇ ਕੀ ਲੈ ਕੇ ਆਇਆ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਸ ਕੇ ਪੁੱਛਿਆ, ਸਿੱਖਾ ਸਾਡੇ ਲਈ ਕੀ ਲੈ ਕੇ ਆਇਆ ਹੈ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇੱਕ ਅਜੀਬ ਬਹੁਮੁੱਲਾ ਚੂੜਾ ਕਿਤੋਂ ਮਿਲਿਆ ਸੀ, ਬਹੁਤ ਮੁੱਲਾ ਜਿਹਦੀ ਕੋਈ ਕੀਮਤ ਨਹੀਂ ਸੀ। ਉਹ ਚੂੜਾ ਮੈਨੂੰ ਮਿਲਿਆ ਸੀ, ਉਹ ਮੈਂ ਗੁਰੂ ਘਰ ਦੇ ਲਾਇਕ ਜਾਣ ਕੇ ਚੇਤੋ ਮਸੰਦ ਦੇ ਹੱਥ ਪਹਿਲਾਂ ਹੀ ਭੇਜ ਦਿੱਤਾ ਸੀ ਅਤੇ ਹੁਣ ਦਰਸ਼ਨ ਕਰਨ ਵਾਸਤੇ ਹੀ ਹਾਜ਼ਰ ਹੋਇਆ। ਗੁਰੂ ਜੀ ਨੇ ਸਿੱਖ ਦੀ ਇਹ ਗੱਲ ਸੁਣ ਕੇ ਉਸੇ ਸਮੇਂ ਚੇਤੋ ਮਸੰਦ ਨੂੰ ਪੁੱਛਿਆ ਕਿ ਇਹ ਸਿੱਖ ਤੈਨੂੰ ਸਾਡੇ ਵਾਸਤੇ ਜੋ ਚੂੜਾ ਦਿੱਤਾ ਸੀ ਉਹ ਅਸਾਂ ਵੇਖਿਆ ਨਹੀਂ, ਕਿੱਥੇ ਆ, ਤੂੰ ਦੱਸ ਕਿਸ ਨੂੰ ਦਿੱਤਾ ਹੈ। ਚੇਤੋ ਨੇ ਕਿਹਾ, ਕਹਿੰਦੇ ਇਸ ਨੂੰ ਇਸੇ ਨੂੰ ਕਿਸ ਹੋਰ ਮਸੰਦ ਨੂੰ ਦਿੱਤਾ ਹੋਣਾ। ਕਹਿੰਦੇ ਇਸ ਨੇ ਕਿਸੇ ਹੋਰ ਮਸੰਦ ਨੂੰ ਦਿੱਤਾ ਹੋਣਾ। ਮੁੱਕਰ ਗਿਆ ਗੁਰੂ ਦੇ ਕੋਲ ਖੜੇ, ਆਖੋ ਸਤਨਾਮ। ਮੈਨੂੰ ਨਹੀਂ ਦਿੱਤਾ, ਇਹ ਭੁੱਲ ਗਿਆ ਹੋਣਾ। ਕਹਿੰਦੇ ਕਿਸੇ ਨੂੰ ਹੋਰ ਦਿੱਤਾ ਹੋਣਾ ਤੇ ਭੁੱਲ ਗਿਆ ਹੋਣਾ। ਸੋ ਆਓ ਬਾਕੀ ਜਿਹੜਾ ਵਿਚਾਰ ਹੈ, ਇਤਿਹਾਸ ਹੈ, ਉਹ ਫਿਰ ਆਪਾਂ ਕੱਲ ਨੂੰ ਵਿਚਾਰਾਂਗੇ, ਸਮਾਂ ਜਾਤ ਨਹੀਂ ਦਿੰਦਾ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇੱਕ ਅਜੀਬ ਜਿਹੜਾ ਚੂੜਾ ਮਿਲਿਆ ਸੀ ਉਹ ਮੈਂ ਇਸੇ ਨੂੰ ਦਿੱਤਾ, ਹੋਰ ਨੂੰ ਨਹੀਂ ਦਿੱਤਾ। ਇਹ ਬਾਕੀ ਜਿਹੜਾ ਪ੍ਰਸੰਗ ਅੱਗੇ ਸ਼ੁਰੂ ਆ ਉਹ ਫਿਰ ਆਪਾਂ ਕੱਲ ਨੂੰ ਵਿਚਾਰਾਂਗੇ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨਿੱਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ ਤੇ ਮੇਰਾ ਪ੍ਰਯਾਸ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ,
कथा कीर्तन करन दी सोझी आ जाए। लोक सुखीए परलोक सहेले, नानक हर प्रभ आपे मिले। सो कल चौंदे स्कूल दे विच जथा जाके आया। उत्थे सारे स्टाफ खिडारी खेडां चल रही सी ते उत्थे सारिਆਂ ਨੂੰ खिडारियां ਨੂੰ विद्यार्थियों ਨੂੰ घट्टो घट्ट 50-60 अध्यापक सन। सारिਆਂ ਨੂੰ सोने के सिक्कियां दे वाहिगुरू चांदी के सिक्कियां दे नाल सन्मानित किया गया। बच्चों को सन्मानित किया गया। घट्टो घट्ट 250-300 सिक्का जिहदे नाल बच्चों को सन्मानित किया गया। सो सारे ही बड़े खुश हुए। सो ये तो भाई गुरु दी दातां ने, गुरु जिवें मर्जी सेवा करावे उस तरह करी जाती है। तो एक मान सन्मान हुंदा है, एक निशानी हुंदी आ जो आपां गुरु तेग बहादुर महाराज जी के अवतार दिहाड़े के संबंध में तैयार करवाए सी। हुण तक 15 लाख रुपये के सिक्कियां की सेवा ये संगतां नूं दित्ती गई आ ते थां थां दे उत्ते जिथे भी जाने उत्थे दिंदे आ। सो कोई भी लड़की का ब्याह है, आउण वाले जनवरी दे विच ब्याह कीते जाने आ। सारा समान लोहड़ी का समान दिता जाएगा। कोई भी अपने नगर दे विच कोई रिश्तेदारी दे विच कोई इस तरह का परिवार होवे वो साडे नाल संपर्क कर सकदा। जनवरी दे विच ब्याह कीते जाने ने लड़कियां दे। ये नहीं पता भी 51 लड़की हो जाने, ये नहीं पता भी 121 हो जाना। जिन्ने भी लड़कियां होणगियां सी उन्हां दे संगतां दे सहयोग दे नाल मरिंडे की धरती के पिंड कलहेड़ी विखे हर साल ब्याह किए जाते धूमा धामी दे नाल। जिवें आपां अपने बच्चिਆਂ ਨੂੰ समान दिंदे आ, पूरा समान इस तरह सारा ही दिता जाता। बाकी जे विच विचाले कोई होर भी कोई परिवार हुंदा तां उहदी बरात की जिन्नी भी खर्चा खाना पीना होर सब कुछ सारा वो साडा होवेगा। कोई इस तरह का परिवार है, कोई विच विचाले आउंदा है, कोई माया नहीं ला सकता, कोई खर्चा नहीं कर सकता, तो असीं उहदा ब्याह का उन्हां दे बरात का खर्चा जिन्ना भी सारा बरात का खर्चा होएगा वो असीं करांगे। कोई भी इस तरह का परिवार होवे वो भी साडे नाल संपर्क कर सकता है। आओ सारिया संगतां दा बहुत बहुत धन्यवाद जो कि पिछले दिनी सरदार सेवा सिंह जी कल चलाना करते सन। उन्हां दी आत्मक शांति के संबंध में श्री अखंड पाठ साहिब प्रारंभ ने, जिन्हां दे कल नूं भोग पाए जाने ने। कीर्तन दी हाजरियां भरियां जाणगियां। सो आओ सतगुरु महाराज जी कृपा करन, सारे नगर नूं चढ़दी कला विच रखण, सेवा करन दे बल उद्यम बख्शिश करन। इन्नी माया दे दिओ संगतां नूं कि संगतां वध तों वध सतगुरु जी आप जी नूं भेटावां भेटा करन। सो अरदास करया करो जो देखदी सेवा भाई अज जथेदार भाग सिंह जी, जो देखदी सेवा है जथेदार भाग सिंह जी, इन्हां परिवार वालों देखदी सेवा अरदास हुक्मनामा साहिब कड़ा प्रसादी देगा लै करके आपो अपने कारो विहार करने ने। लोक सुखी है परलोक सहेले, नानक हर प्रभ आपे मिले। सलोक पवन गुरु पानी पिता, माता तरत महत, दिवस रात दोदाई दया, खिल सगल जगत, चंगियाइयां बुरियाइयां, वाचै धर्म अधूरा, करमी आपो अपनी, के नेड़े के दूरा, जिनी नाम ते आया, गए मसकत काल, नानक ते मुख उजले, केती छुट्टी नाल,
जिनी नाम त्याया गए मसकत काल। नानक ते मुखे उजले केती छुटी नाल। जिनी नाम त्याया गए मसकत काल। नानक ते मुखे उजले केती छुटी नाल। वाहिगुरु जी का खालसा वाहिगुरु जी की